अहमियत ही है नहीं, उन्होंने कोई ना अहमियत है ना अफादियत है। वो सिर्फ और सिर्फ माबैन मुसलमीन ने, यानी मैं किसी मुसलमान नाल गल करा, वो मैनू पूछ सकता है भी तेरा किस स्कूल ऑफ थॉट नाल ताल्लुक है, मुसलमान पूछ सकता है। अच्छा मैनू 19 साल हो गए ने इटली आया, 56 साल मेरी उम्र हो गई। हलफन कहन लगा 19 सालां च एक दिन मैनू सिर्फ एक बारी इटालियन इंजीनियर ने मैनू उस वेले पूछया जिस वेले 16 दी गल है 2016 दी, जिस वेले बच्चे स्कूल दे विच इन्हां ने टैरोरिस्टां ने मारे सन ना, इत्थे इटालियन रेडियो दे उत्ते खबर चली कि दहशतगर्द पाकिस्तान दे विच एक स्कूल दे विच वड़ गए ने ते छोटे छोटे बच्चियां नूं उन्हां मार दित्ता है ते इन्ने बच्चे जिहड़े ने उन्हां ने शहीद कर दित्ते ने। ते नाल उन्हां ने दस्सिया कि इह जिहड़े ने मारन वाले इन्हां दा तल्लक ISIS नाल है, ISIS नाल। उन्हां दिनां च बड़ा रौला सी 2016 दी गल। इंजीनियर आया ते मैनूं कहंदा अमर ओ पाकिस्तान दी खबर सुनी है कोई? मैं कहा मैं नहीं सुनी। कहंदा टीवी ते रेडियो ते भी खबर चलदी है कि उत्थे स्कूल दे बच्चों ते हमला होया ते बच्चे छोटे छोटे मार छड़े ने। ते यार मैनू बड़ा मेरा दिल बड़ा परेशान हो गया सुन के। जाहिर हो भी एक बच्चों का बाप सी ते मुंडा भी बड़ा सेंसिटिव जिहा सी। मैनू कहंदा यार मेरा बड़ा दिल घबराया सुन के भी कैसे दरिंदा सिर्फ लोग ने। नाल ही मैनू कहंदा कि वो नाल खबर चल रही है कि वो जिहड़े ने वो ISIS नाल उन्हां दा तल्लक है। ते नाल उन्हां भी दस्सिया कि जिहड़े ISIS ने वो एंटी शिया ने, मुसलमानों दे विच दो सैक्ट ने, शीत ते सुन्नत। इत्थे इटालियन च कहंदा ये गल ठीक है? मैं क्या हाँ। कहंदा वो एंटी शीयत ने ते तू शिया है कि सुन्नी है? उन्हें मैनू 19 सालां च एक फिक्रे च सवाल पूछया। 19 सालां 19 साल मैनू इटली हो गए। मैं क्या मैं सुन्नी हाँ, मेरा मैं सुन्नी हाँ, लेकिन वो जिहड़ा ISIS कहंदा है ना अपने आप नूं भी असीं एंटी शीयत हाँ। सुन्नी सारे एंटी शीयत नहीं है कि वो फड़ के जिथे शिया लभे उन्होंने भड़कांदे ने। ये सिर्फ एक टैरोरिस्ट ऑर्गेनाइजेशन है जिहड़ी हुकूमतां दे भी खिलाफ ते बिल अमूम इन्हां दे शियां दे खिलाफ भी वो बरसरे पैकार है, लेकिन उन्होंने वो रस्सा पाने की कोशिश पे करते हैं। लेकिन ਇਹਦਾ ਇਹ ਨਹੀਂ मतलब कि ISIS ਦਾ तल्लक सुन्नियां नाले ते सारे सुन्नी ਜਿਹੜੇ ਨੇ ਉਹ ISIS ਦਾ ਹੀ ਮੁਤਲਕਾ ਲੋਕ ਨੇ ਤੇ ਸਾਡਾ ਕੋਈ ਤਲਕ ਨਹੀਂ ਉਹਦੇ ਨਾਲ। ਇਹ 19 ਸਾਲਾਂ 'ਚ ਇੱਕ ਵਾਕਿਆ ਗੈਰ ਮੁਸਲਿਮ ਨੂੰ ਕੀ ਦਿਲਚਸਪੀ ਹੈ ਕਿ ਮੈਂ ਸੁन्नी ਆ ਜਾਂ ਸ਼ੀਆ ਵਾਂ। ਇਹ ਵਾਕਿਆ ਹੋਣ ਦੀ ਵਜ੍ਹਾ ਤੋਂ ਉਹਨੇ ਮੈਨੂੰ 19 ਸਾਲਾਂ 'ਚ ਸਿਰਫ ਇੱਕ ਵਾਰੀ ਪੁੱਛਿਆ, ਵਰਨਾ ਕਦੇ ਕਿਸੇ ਨੇ ਨਹੀਂ ਪੁੱਛਿਆ। ਕਿਉਂ? ਉਹਨਾਂ ਵਾਸਤੇ ਇਹ ਸਿਰਫ ਮਾਬੈਨ ਮੁਸਲਿਮ ਹੀ ਨੇ ਕਿ ਤੁਹਾਡਾ ਕੀ ਸਕੂਲ ਆਫ ਥਾਟ ਹੈ, ਤੁਸੀਂ ਤੁਹਾਡੀ ਮਜ਼ਹਬੀ ਸ਼ਨਾਖਤ ਕੀ ਹੈ, ਮਾਬੈਨ ਮੁਸਲਿਮੀਨ ਹੈ। ਨਾ ਕਿ ਗੈਰ ਮੁਸਲਿਮ ਆ ਕੇ ਤੁਹਾਨੂੰ ਪੁੱਛਦਾ ਹੈ ਕਿ ਤੁਹਾਡਾ ਕਿਹੜਾ ਤੁਹਾਡਾ ਮਜ਼ਹਬੀ ਸ਼ਨਾਖਤ ਕੀ ਹੈ। ਗੈਰ ਮੁਸਲਿਮ ਨੂੰ ਕੀ ਲੱਗੇ ਜੋ ਵੀ ਤੁਹਾਡਾ ਉਹੀ ਨਾਂ ਹੈ ਜਿਹੜਾ ਕੁਰਾਨ ਨੇ ਤੁਹਾਡਾ ਰੱਖਿਆ। ਕੁਰਾਨ ਕਹਿੰਦਾ ਵਹੁਵਾ ਸਮਾਕੁਮੁਲ ਮੁਸਲਿਮੀਨ, ਇਹੀ ਸਾਡੀ ਸ਼ਨਾਖਤ। ਹਰ ਗੈਰ ਮੁਸਲਿਮ ਉਹਦੇ ਸਾਹਮਣੇ ਸਾਡੀ ਇਹੀ ਸ਼ਨਾਖਤ। ਇਹਦੇ ਤੋਂ ਉੱਤੇ ਜ਼ਰੂਰਤ ਹੀ ਨਹੀਂ ਹੈ। ਹਾਂ ਕੋਈ ਐਸਾ ਬਹੁਤ ਐਮਰਜੈਂਸੀ ਬਣ ਗਈ ਜਿਸ ਤਰ੍ਹਾਂ ਇਸ ਤਰਾਰੀ ਕੈਫੀਅਤ 19 ਸਾਲਾਂ 'ਚ ਇੱਕ ਵਾਰੀ ਉਸ ਬੰਦੇ ਪੁੱਛ ਲਿਆ ਤੇ ਮੈਂ ਦੱਸ ਦਿਆਂ ਮੈਂ ਸੁੰਨੀ ਹਾਂ ਮੈਂ ਸ਼ੀਆ ਨਹੀਂ, ਬਸ। ਇਹਨਾਂ ਨੂੰ ਇਹਦੇ ਇਲਾਵਾ ਹੋਰ ਗੱਲ ਹੀ ਕੋਈ ਨਹੀਂ ਆਉਂਦੀ ਤੁਹਾਡੀ ਮਜ਼ਹਬੀ ਸ਼ਨਾਖਤ ਕੀ ਹੈ, ਮਜ਼ਹਬੀ ਸ਼ਨਾਖਤ ਕੀ। ਕਿਉਂ? ਇਹਦੇ ਪਿੱਛੇ ਗੱਲ ਹੈ ਵੇ ਇਹ ਸਮਝਦੇ ਨੇ ਮਿਰਜ਼ਾਈ ਕਿ ਜਿਸ ਤਰ੍ਹਾਂ ਮਿਰਜ਼ਾਈਆਂ ਦੀ ਇੱਕ ਮਜ਼ਹਬੀ ਸ਼ਨਾਖਤ ਹੈ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੇ ਨਾਲ ਜੁੜੀ, ਤੇ ਨਾ ਸਿਰਫ ਉਸ ਬੰਦੇ ਦੇ ਨਾਲ ਬਲਕਿ ਉਹਦੇ ਜਿੰਨੇ ਅੱਗੋਂ ਫਾਲੋਅਰ ਸਨ ਜਿਹੜੇ ਇਹਨਾਂ ਦੇ ਕਾਬਰੀਨ ਸਨ ਉਹਨਾਂ ਦੀ ਵੀ ਹਰ ਗੱਲ ਇਹਨਾਂ ਦੇ ਗੱਲ ਦਾ ਗਲਾਵਾ ਬਣੀ ਹੈ। ਨਾ ਹੀ ਉਹਨੂੰ ਚੁਟਲਾ ਸਕਦੇ ਨੇ, ਜੇ ਚੁਟਲਾਣ ਤੇ ਛਿੱਤਰ ਵੱਜਦੇ ਨੇ, ਜੇ ਅਪਣਾਣ ਤੇ ਅਪਣਾਣ ਨਹੀਂ ਹੁੰਦੀ, ਉਹ ਗੱਲ ਪੂਰੀ ਨਹੀਂ ਆਉਂਦੀ, ਫਿੱਟ ਨਹੀਂ ਆਉਂਦੀ। ਮੁਸਲਮਾਨ ਦਾ ਮਸਲਾ ਹੀ ਕੋਈ ਨਹੀਂ ਹੈ। ਕਿਸੇ ਆਲਮ ਦੀ ਗੱਲ, ਕਿਸੇ ਮੌਲਵੀ ਦੀ ਗੱਲ, ਕਿਸੇ ਇਮਾਮ ਦੀ ਗੱਲ, ਮੁਜੱਦਦ ਮੁਹੱਦਰ ਮੁਫੱਸਰ ਦੀ ਗੱਲ, ਦਿਲ ਕਰੇ ਮੰਨੋ ਨਾ ਦਿਲ ਕਰੇ ਜੋ ਕੁਰਾਨ ਦੇ ਖਿਲਾਫ ਚੁੱਕ ਕੇ ਪਰ ਦੀਵਾਰ ਤੇ ਮਾਰੋ। ਇਹ ਸਮਝਦੇ ਨੇ ਕਿ ਅਸੀਂ ਕਿਸੇ ਦੀ ਮਜ਼ਹਬੀ ਸ਼ਨਾਖਤ ਪੁੱਛ ਕੇ ਉਹਨੂੰ ਕਾਬੂ ਕਰਾਂਗੇ ਕਿ ਤੇਰੇ ਬੁੱਲੇ ਸ਼ਾਹ ਨੇ ਇਹ ਲਿਖਿਆ, ਤੇਰੇ ਬਾਬੇ ਫਰੀਦ ਨੇ ਐਸੇ ਜਾਹਿਲ ਨੇ। ਇਹਨਾਂ ਨੂੰ ਅੱਜ ਤਾਈਂ ਸਮਝ ਨਹੀਂ ਪਈ ਆਉਂਦੀ ਕਿ ਭਾਈ ਮੁਸਲਮਾਨਾਂ ਦੇ ਵਿੱਚ ਇੱਕ ਮੁਤਫਿਕਾ ਅਸੂਲ ਹੈ ਕਿ ਹੁਜਤਾਂ ਸਿਰਫ ਦੋ ਹੀ ਨੇ, ਇੱਕ ਕੁਰਾਨ, ਇੱਕ ਸਾਹਿਬ ਕੁਰਾਨ ਦੀ ਗੱਲ, ਬਸ। ਇਹਦੇ ਇਲਾਵਾ ਕੋਈ ਚੀਜ਼ ਹੁਜਤ ਨਹੀਂ ਹੈ। ਅਗਰ ਉਹ ਕੋਈ ਉਹਦੀ ਤਸ਼ਰੀਹ ਵਿੱਚ ਕਿਸੇ ਦਾ ਕੌਲ ਹੈ ਤੇ ਉਹ ਤੁਹਾਡੇ ਤੋਂ ਅਗਰ ਇਲਮੀ ਲਿਹਾਜ਼ ਨਾਲ ਬਿਹਤਰ ਹੈ ਉਹ ਮੁਕੱਦਮ ਹੈ ਕੌਲ। ਜਿਸ ਤਰ੍ਹਾਂ ਆਇਮਾ ਨੇ ਜਾਂ ਜਿਹੜੇ ਉਲਮਾ ਨੇ ਜਾਂ ਜਿਹੜੇ ਮੁਫੱਸਰੀਨ ਮੁਜੱਦਦੀਨ ਨੇ ਜਾਂ ਸਹਾਬਾ ਨੇ ਬਿਲਖੁਸੂਸ ਪਹਿਲਾਂ ਅਹਿਲੇ ਬੈਤ ਨੇ, ਉਹਨਾਂ ਦੇ ਅਕਵਾਲ ਯਕੀਨੀ ਤੌਰ ਤੇ ਸਭ ਤੇ ਉੱਤੇ ਮੁਕੱਦਮ ਨੇ। ਲੇਕਿਨ ਬੁਨਿਆਦ ਉਹ ਵੀ ਨਹੀਂ ਹੈ, ਬੁਨਿਆਦ ਕੁਰਾਨ ਔਰ ਹਦੀਸ ਬਸ। ਅਗਰ ਕੁਰਾਨ ਔਰ ਹਦੀਸ ਦੇ ਖਿਲਾਫ ਸਹਾਬੀ ਦਾ ਕੌਲ ਵੀ ਮਿਲਦਾ ਹੈ, ਪਹਿਲੀ ਤਾਂ ਗੱਲ ਮਿਲ ਹੀ ਨਹੀਂ ਸਕਦਾ, ਨਾ ਮੁਮਕਿਨਾਤ ਵਿੱਚ ਕਿ ਕਿਸੇ ਸਹਾਬੀ ਦਾ ਕੌਲ। ਪਲੀਜ਼ ਮੈਂ ਮਿਊਟ ਕਰਨਾ।
ਵਲੀਦ ਭਾਈ ਮਿਊਟ ਕਰਨਾ। ਕਿਸੇ ਸਹਾਬੀ ਦਾ ਕੋਲ ਸਹੀ ਸਨਦ ਨਾਲ ਐਸਾ ਸਾਬਤ ਹੀ ਨਹੀਂ ਹੁੰਦਾ ਜਿਹੜਾ ਕੁਰਾਨ ਔਰ ਸਾਹਿਬ ਕੁਰਾਨ ਦੇ ਖਿਲਾਫ ਹੋਵੇ। ਮਿਸਾਲ ਦੇ ਤੌਰ ਤੇ ਇੱਕ ਕੌਲ ਸਾਨੂੰ ਮਿਲਦਾ ਹੈ ਪਾਣੀ ਪੀਣ ਦੇ ਬਾਰੇ। ਨਬੀ ਅਲੈਹਿਸ ਸਲਾਮ ਨੇ ਖੜੇ ਹੋ ਕੇ ਪਾਣੀ ਪੀਣ ਤੋਂ, ਖਾਣਾ ਖਾਣ ਤੋਂ ਮਨਾ ਫਰਮਾਇਆ। ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਨੂੰ ਦਾ ਇੱਕ ਅਮਲ ਮਿਲਦਾ ਹੈ ਕਿ ਉਹਨਾਂ ਨੇ ਖੜੇ ਹੋ ਕੇ ਵਜ਼ੂ ਕੀਤਾ ਤੇ ਵਜ਼ੂ ਤੋਂ ਬਾਅਦ ਉਹਨਾਂ ਨੇ ਉਸੇ ਪਾਣੀ ਨੂੰ ਪੀਤਾ ਜਿਹੜਾ ਜਿੱਥੋਂ ਆ ਰਿਹਾ, ਚਸ਼ਮੇ ਤੋਂ ਆ ਰਿਹਾ ਸੀ, ਕਿਸੇ ਜਗ੍ਹਾ ਤੇ ਖਲੋ ਕੇ ਵਜ਼ੂ ਕਰ ਰਹੇ ਸੀ, ਉਹਨਾਂ ਉਹ ਪਾਣੀ ਪੀਤਾ, ਖੜੇ ਹੋ ਕੇ ਪਾਣੀ ਪੀਤਾ। ਹੁਣ ਉਹ ਸਹੀ ਸਨਦ ਨਾਲ ਸਾਬਤ ਹੈ, ਅਸੀਂ ਉਹਨੂੰ ਉੱਜਤ ਨਹੀਂ ਮੰਨਦੇ। ਅਸੀਂ ਕੀ ਕਹਿੰਦੇ ਆ, ਜਾਂ ਤੇ ਅਗਰ ਸਹੀ ਸਨਦ ਨਾਲ ਸਾਬਤ ਵੀ ਹੈ ਨਾ, ਅਗਰ ਇੰਜ ਹੋਇਆ ਵੀ ਇਹ ਵਾਕਿਆ ਤੇ ਇਹਦੀ ਤਵੀਲ ਇਹ ਕਿ ਜਾਂ ਤੇ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੂ ਤੱਕ ਨਬੀ ਅਲੈਹਿਸਲਾਮ ਦਾ ਇਹ ਕੌਲ ਨਹੀਂ ਪਹੁੰਚਿਆ, ਉਹਨਾਂ ਨੂੰ ਪਤਾ ਨਹੀਂ ਲੱਗਾ, ਜਾਂ ਫਿਰ ਇਹਦੀ ਤਹਿਕੀਕ ਵਿੱਚ ਕੋਈ ਗੜਬੜ ਹੈ। ਇਹ ਨਹੀਂ ਹੋ ਸਕਦਾ ਕਿ ਸਹਾਬੀ ਨਬੀ ਦੇ ਅਮਲ ਦੇ ਖਿਲਾਫ ਕਰੇ, ਇਹ ਮੁਮਕਿਨ ਹੀ ਨਹੀਂ ਹੈ। ਹੁਜਤ ਨਬੀ ਹੈ, ਹੁਜਤ ਨਬੀ ਪਾਕ ਦੀ ਜ਼ਾਤ ਹੀ ਹੈ। ਹਜ਼ਰਤ ਅਲੀ ਦਾ ਇਹ ਅਮਲ ਸਾਡੇ ਤੇ ਹੁਜਤ ਨਹੀਂ ਹੈ। ਸਮਝ ਗਏ ਹੋ? ਸਾਡੀ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਤੋਂ ਥੱਲੇ ਉਤਰ ਕੇ ਕਿਸੇ ਦੀ ਗੱਲ ਸਾਡੇ ਤੇ ਕੋਈ ਉਸ ਤਰ੍ਹਾਂ ਅਥਾਰਟੀ ਹੈ ਹੀ ਨਹੀਂ ਕਿ ਹੁਣ ਉਹ ਸਾਡੇ ਗੱਲ ਦਾ ਗੁਲਾਮਾ ਬਣ ਜਾਏ। ਇਹਨਾਂ ਦੇ ਤੇ ਗੱਲ ਦੇ ਗੁਲਾਮੇ ਬਣੇ ਨੇ ਇਹਨਾਂ ਦੀਆਂ ਅਕਾਬਰੀਨ ਦੀਆਂ ਗੱਲਾਂ। ਜੇ ਇਹ ਇਨਕਾਰ ਕਰ ਦੇਣ ਤੇ ਲਾਲਾ ਲਾਲਾ ਹੋ ਜਾਂਦੀ, ਪਿੱਛੋਂ ਡੰਡੇ ਇਹਨਾਂ ਦੀਆਂ ਕੰਨਾਂ ਤੇ ਪੈਂਦੇ ਨੇ। ਜੇ ਉਹਨੂੰ ਕਬੂਲ ਕਰ ਲੈਣ ਤੇ ਉਹ ਮੈਂ ਦੱਸਿਆ ਕਿ ਗੱਲ 'ਚ ਫਿੱਟ ਹੀ ਨਹੀਂ ਆਉਂਦੀ। ਐਸੀ ਮੁਸੀਬਤ ਹੈ। अस्सलाम वालेकुम रहमतुल्लाह। ਇਹ ਅੱਜ ਮਸਲਾ ਸੋ ਮਜ਼ਹਬੀ ਸ਼ਨਾਖਤ ਵਾਲਾ ਜਿਹੜਾ ਮਸਲਾ ਨਾ ਉਹ ਤੇ 2 ਮਿੰਟ ਦੀ ਗੱਲ ਹੈ ਜਿੰਨੀ ਮੈਂ ਕੀਤੀ। ਇਹਦੇ ਤੋਂ ਬਾਅਦ ਨਹੀਂ, ਬਿਲਕੁਲ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਲੇਕਿਨ ਨਾ ਮੈਂ ਚਾਹ ਰਿਹਾ ਸੀ ਕਿ ਦੇਖੋ ਇੱਕ ਗੱਲ ਹੈ ਵੇ ਕਿ ਉਹ ਆਪਣੇ ਵੱਲੋਂ ਸਭ ਤੋਂ ਸਟਰੋਂਗ ਪੁਆਇੰਟ ਹੈ ਲੈ ਕੇ ਆਏ, क्योंकि उन्होंने जो नज़ीर साहब से मुझे एक बात करने दें। एक मिनट फेवरेट भाई रुक जाओ यार, 2 बंदे बात कर रहे हैं, मैं अपने बड़े भाई से बात कर रहा हूँ, मेरी बात हो रही है, 1 मिनट रुक जाओ यार प्लीज प्लीज, रिक्वेस्ट है। अच्छा गल है आमिर भाई कि ਇਹਨਾਂ ਦਾ ਸਭ ਤੋਂ ਮਜ਼ਬੂਤ ਕਾਰਡ ਹੈ, ਇਹ ਇਹਨਾਂ ਦਾ ਹੋਮ ਗਰਾਊਂਡ ਹੈ, ਇਹ ਇਹਨਾਂ ਦੀ ਸਭ ਤੋਂ ਮਜ਼ਬੂਤ ਤਰੀਨ ਦਾਅ ਪੇਚ ਹੈਗਾ। ਤੇ ਅਗਰ ਇਹਦੇ ਤੇ ਗੱਲ ਕਰਦੇ ਨੇ ਅਸੀਂ ਵੇਖਨੇ ਕਿੰਨੇ ਕੁ ਦਾਅ ਚਲਾ ਲੈਂਦੇ ਨੇ, ਕਿਉਂਕਿ ਮੈਂ ਤੇ ਉੱਥੇ ਉਹਨੂੰ ਪਹਿਲਾਂ ਹੀ ਕਹਿਤਾ ਸੀ, ਮੈਂ ਕਿ ਇਹ ਵੈਸੇ ਕੋਈ ਗੱਲ ਕਰਨ ਵਾਲੀ ਹੈ ਨਹੀਂ, ਕਿਉਂਕਿ ਮੈਂ ਉਹਨਾਂ ਨੂੰ ਨਾ ਆਪਣਾ ਇਮਾਮ ਮਾਲਿਕ ਦਾ ਕਾਲ ਪੇਸ਼ ਕਰਤਾ। मैं कही इमाम मालिक रहमतुल्लाह अलैह ने फरमाया कि सिर्फ इस साहिब कबर रसूलुल्लाह सल्लल्लाहु अलैहि वसल्लम के रोज़े के कोल खड़े होकर उन्होंने गल कही कि इस साहिब कबर की बात के अलावा इस पूरी दुनिया के हर शख्स के साथ इख्तलाफ किया जा सकता है, सिर्फ ये साहिब कबर जो मौजूद हैं यहाँ पर, सिर्फ इनकी बात ऐसी है जिनके साथ इख्तलाफ नहीं हो सकता। मैंने उसको पेश कर दी ये बात, यही हमारा सबका मज़हब है, सेम बात है। जितने फ़िक़्ह के इमाम हैं, इमाम शाफ़ी, इमाम मालिक, इमाम अबू हनीफ़ा, इमाम अहमद बिन हंबल, उन तमाम की कुतुब में बात लिखी हुई है, कुरान और सुन्नत से टकराए दीवार पे दे मारो। बड़े से बड़े मुहक्किक मुफस्सिर जितने भी हैं वो सारे के सारे इन मामलात के ऊपर हैं। और जैसा कि हम जानते ही हैं कि असूल में तो हम सब एक हैं, सिर्फ फ़रूआत और जुज़ियात में छोटे छोटे प्रॉब्लम्स हैं। इशू इधर खड़ा होता है बेसिकली इन लोगों के लिए कि जब ये देखते हैं कि भाई साढ़े फ़िरके, तो जब इनके अपने जो फ़िरके हैं जो कि रियल फ़िरके हैं बेसिकली, उनके अंदर अगर हम गौर करें तो मसला किस बात के ऊपर है जी? 6 साल मिर्ज़ा साहब की वफ़ात को नहीं हुए, 2 टुकड़े हो गई जमात, और मौजू बहस क्या है? ला इलाहा इल्लल्लाह मुहम्मदुर रसूलुल्लाह। मौजू बहस ऐसा है कि बंदा की हैरत गुम हो जाए। मौजू बहस ये है कि बंदा जिसको मान रहे हैं दोनों, जिसका नाम ले रहे हैं, वो बंदा नबी भी था या नहीं था, वो इसो मुहम्मद का मस्ताक भी था या नहीं था, या उसके मानने या ना मानने से कोई बंदा काफिर होता है या नहीं होता। और ये तो वो बेसिक चीज़ें हैं जिसकी वजह से भाई कभी किसी नबी के, एक नबी के मानने वालों के दरमियान में उस नबी की शख्सियत या उसके दावे को आपस में डिस्कशन होती नहीं है। दिखाएं ना किस फ़िरके ने किसी दौर में भी ये बात की है। पूरी क्रिश्चियनिटी आप देख लें उठा के, पूरी जुदाइज़म उठा के देख लें, जो उनके मानने वाले हैं उनके कुछ सेट ऑफ रूल्स सेम हैं, मुतअद्दिद चंद बातों में इख्तलाफ भी होता है, लेकिन ये एक पहली हमें दुनिया में नौयत मिली है कि एक ही शख्स के नाम लेवा मुख्तलिफ जमातें उसके अपने दावे नबूवत के ऊपर कई साल बहस करते रहे, एक दूसरे के ऊपर कुफर के फतवे देते रहे, एक दूसरे को पता नहीं नूह का बेटा और पता नहीं क्या क्या कहते रहे, और एक दूसरे के ऊपर तकफीर की बदतरीन लकीरें खींचते रहे। तो असल में ये बेसिकली अपने उस शर्म को और अपनी उस क्या उसे बोलते हैं महरूमी को छुपाने के लिए इस चीज़ को बढ़ावा देते हैं कि कोई हमसे ना पूछे। तो जाहिर सी बात है अगर राजा साहब उस दिन फ़िरकों का जिक्र करेंगे, लेकर आएंगे अगर वो कार्ड, तो इंशाअल्लाह अज़ीज़ उधर फिर मुबाहला भी खुल जाएगा, उधर फिर जो है वो मोहम्मद अली लाहौरी का 10 स्प्लिट भी खुल जाएगी।
تو پھر وہاں پر انشاءاللہ الفضل الحکم اور ہر چیز پھر وہاں پہ کھلے گی، پھر ہم دکھائیں گے، ہم کہیں گے دیکھو جی یار اے دس اے ویکھ اینو پتہ لگی کہ کسی نے تاش کھیڈی ہوئے نا، کسی نے تاش کھیڈی ہوئے انہوں پتہ ہوئے کہ شروع دے وچ نا ایک ہوندے نے پتہ مودہ مار دیندے نے کہ گیم ساڈی ہے، ٹھیک ہے نا، پتہ مودہ ہے گا، جاؤ اے میں گل کہتی ہے کوئی مسئلہ نہیں، جاؤ جتھوں لیانا جی جو شے تسی لیانی لیا کے رکھو تے صحیح ساڈے سامنے، باقی ان کو انشاءاللہ دیکھ لیں گے، انہوں نے وہاں پہ فرقہ کارڈ ہی کھیلنا ہے انشاءاللہ تعالیٰ، وہ ہم نے اسفل سافلین میں اٹھا کے پھینک دینا انشاءاللہ العزیز۔ عمر بھائی نے ابھی جو بات کی ہے یہ جو آپ کا اس میں تھوڑا سا جو ہے نا وہ ایڈیشن کرنا چاہتا ہوں کہ صحابہ کرام جو ہیں ان کی بات بھی ہمارے لیے حجت ہے، لیکن ان معاملات میں جب قرآن اور حدیث سے کسی مسئلے کے بارے میں ہمیں کوئی واضح حکم نہیں ملتا تو تب صحابہ کرام کی بات بھی ہمارے لیے حجت ہے، صحابہ کرام سے نہ ملے تو تابعین تبع تابعین، اس طرح سلسلہ ائمہ مفسرین محدثین۔ تو یہ ہے پوری بات جی۔ عامر بھائی یاد ہے مولوی نے گل کسی کہی سی بدلا لیا ہے، آہو میرے کو بدلا لیا جائے، بدلا لیا جائے۔ اللہ دو ایک منٹ میں صرف نا کاظمی صاحب دی ایک چھوٹی جی گل دی میں چاہنا کہ کریکشن ہو جائے، انہوں صحیح لفظاں نہ بیان کرنا چاہیے۔ ایسا نہیں ہے کہ انہاں دے کولے اے سب تو مضبوط پوائنٹ ہے مرزائیاں کولے کہ بھئی تہاڈا فرقہ کیڑا، تہاڈا او مذہبی شناخت کی ہے، اے نہیں کہ انہوں دا بڑا مضبوط پوائنٹ ہے، اصل یہ کہ اے انہاں واسطے ایک بہترین کیموفلاج ہے، چھپن واسطے اپنے آپ نو پیچھے چھپ کے کھڑو کے تے پتھر پہ مارے تے آکھیا او تہاڈا فرقہ کیڑا، او تسی کیڑے فرقے دے، اپنے آپ نو پیچھے چھپایا ہے تے اپنے آپ نو دسنا نہیں بھی اسی غیر مسلم اسی مخرج من الملہ، او شک پیا پایا لوکاں نو بھی اسی بھی تے انہاں دے وچوں ہی ہیں نا، اسی فرقہ میں پوچھنے بھی ایک فرقہ نے، اسی سانوں فرقہ نہیں دس رہے اپنا، اصل یہ کہ صرف انہاں دا ایک کیموفلاج اپنے آپ نو کرن دا ایک سورس ہے جنوں وہ سمجھدے نے کہ واہ واہ مضبوط ہے، حالانکہ ساڈی نظر ایک جتی دے برابر بھی دی حیثیت نہیں ہے، لگے رہے نان سینس، اپنی مذہبی شناخت بتاؤ، اپنا فرقہ بتاؤ، ہر بندہ انہوں نے اپنے بندے کہندے نے، یار تانوں کوئی شرم نہیں آندی اور گل کرنی کیوں نہیں آندی ہے، فرقہ بتاؤ فرقہ، جدوں اگلے پہ کہندے نے یہ میرا کسی بھی فرقے نے تعلق ہے، میرے پاس قرآن اور صاحب قرآن دی گل حجت ہے، تے تو کی کریں گا فرقہ پوچھ کے، اینے نے گھنٹے رٹا لائی رکھ دو فرقہ بتاؤ فرقہ، انہوں نے بندے آپ انہوں نے سر چ چھتر پھیرتے ہیں، یہ صرف اپنے آپ کو کیموفلاج کر دینے دے ذریعے، ورنہ وہ کوئی ویلڈ پوائنٹ نہیں ہے یا کوئی ایڈا کو مضبوط ہو نہیں ہے کہ جہدے نال سانوں کوئی جواب نہیں آتا، اسی تو انہوں نے اس گل نو اہمیت نہیں دیندے ہیں۔ 2 منٹ میں دسیا فارغ ہو جاندے، ہاں جی کر دو بھائی بات، آپ نے رحیل آپ نے کرنی ہے، السلام علیکم ورحمۃ اللہ۔ وعلیکم السلام ورحمۃ الخدا۔ جی علامہ صاحب میں نے اپنے سوال سے پہلے ایک بات کرنی تھی کہ ضیاء رسول امینی صاحب نے جو کل کیا مناظرہ کیا بہت اچھا کیا، مبارک ہو ان کو، حقیقت تسلیم کرنی چاہیے، اپنی ضد پہ نہیں رہنا چاہیے، حقیقت تسلیم کرنی چاہیے، جتنی جلدی حقیقت تسلیم کریں گے اتنا ہی اچھا ہوتا ہے، پہلی بات۔ سیکنڈلی نذیر صاحب سے میرا یہ سوال تھا، نذیر صاحب سے میرا یہ سوال تھا کہ خطبات المحمود ہے، خطبات المحمود ہے جلد 19 ہے، جلد 19 خطبات المحمود اور 1938 1938 کا شمارہ ہے اور صفحہ نمبر 5034 صفحہ نمبر ہے۔ اچھا نذیر صاحب یہ پڑھ کے نہیں سنائیے گا، اپنا یاد سے کلپ کاٹ کے لگا دیں گے، پڑھنا نہیں ہے یہاں پر، اپنے دل میں پڑھنا ہے، اور اس کا مجھے بتائیے گا کہ خلیفۃ الثانی رضی اللہ تعالیٰ عنہ کیا کہنا چاہ رہے ہیں اس میں، اور سوری خلیفۃ الثانی کیا کہنا چاہ رہے ہیں اس پہ، ذرا بتائیے گا مجھے۔ نذیر صاحب آپ سے سوال ہے، عامر صاحب آپ سے نہیں ہے، آپ تو اختلاف کریں گے نا، آپ سے نہیں ہے۔ اچھا آپ نے پڑھنا نہیں ہے، یہ خلی دل میں پڑھنا ہے اور بتانا ہے اس کا کیا ہے یہ۔ پہلی تو بات یہ ہے رحیل صاحب کہ آپ کے سوالات آپ کے ذہن میں پیدا ہونے شروع ہو گئے ہیں، یہی اسلام کی طرف بندے کی آمد ہوتی ہے۔ کچھ روز قبل کچھ مہینے پہلے آپ آ کے میرا سانس بند کرنے کی کوشش کرتے تھے، یہی بات کر کے کہ عیسیٰ علیہ السلام کو زندہ آسمان پہ ثابت کر دو، عیسیٰ علیہ السلام کو زندہ آسمان پہ ثابت کر دو۔ اچھا اب جو آپ کے ذہن میں اپنے لٹریچر کے متعلق سوالات پیدا ہو رہے ہیں،
اس سے لوگوں کو یہ شک پڑ رہا ہے کہ آپ عامر صاحب آپ سے مسلمان نہیں ہے، آپ سے نہیں سوال ہے ہاں ہاں وہ ٹھیک ہے، وہ ٹھیک ہے، میں عامر یہ صاحب کہہ آپ رہا سے ہوں نہیں ہے سوال یہ نا، ہاں میں اس سوال کا جواب نہیں آپ دوں تو گا، اس میں پہ اختلاف ہے یہ نا، کہہ رہا آپ تو ہوں اس پہ اختلاف ہے نا. لوگوں کو شک پڑ رہا ہے کہ آپ مسلمان یا ہو گئے ہیں یا ہونے والے ہیں. تو یہ جو آپ کی آئی ڈی ہے یہ آپ کسی قادیانی کو اریٹیٹ کرنے کی، تو اس کو چینج کر لیں. آپ اسلام پتہ نہیں کب قبول کریں گے اور قادیانی پہ لعنت کب بھیجیں گے، لیکن یہ ہے کہ یہ آئی ڈی ہماری بدنامی کا باعث ہو رہی ہے، وہ ہم پہ الزام میری لگا آئی رہے ڈی جماعت والوں نے یا آپ لوگوں نے بلاک کروا دی ہے. ہیں. ہاں لیکن یہ 7 دن بعد اس کو چینج کر کے نا اس کا آئی ڈی کا نام کچھ اور رکھ لیں، یہ فیوریٹ ٹھیک نہیں ہے. سوال انہوں نے وہ پوچھا ہم پہ نذیر الزام صاحب تین کو، دن بعد ہو پیارے جائے بھائی گی، جی 3 دن بعد ہو سیٹ جائے بیلٹ گی. باندھ نذیر لو صاحب بس، بتاؤ بھائی جواب دو. خلیفہ سیٹ وقت، بیلٹ باندھ لو سر. اچھا کون سی عبارت ہے ابھی، کہاں پہ کیا ہے؟ اب آپ نے پڑھنا نہیں ہے، اپنے دل میں پڑھنا ہے، ہاں آپ نے پڑھنا نہیں ہے، دل میں پڑھنا ہے، ورنہ یہ لوگ کلپ کاٹ لیں گے. آپ صرف اس کا بتائیے گا خلیفۃ الثانی کیا کہنا چاہ رہے ہیں. کہاں پہ اب عبارت بھائی لگائے نا یہاں پہ. حوالہ دیں نذیر صاحب، آپ کے وہ پاس دوسرا بیچارے کو نہ موبائل یا کو کمپیوٹر ہے؟ خود کو کتاب شتاب کھ بھی نہیں ہے، وہ بیچارہ تو بس میں 2 دیکھیں طرح سنیں میں میری کٹیاں بات نے. نا، کہاں پہ جلد نمبر 19 موجود سے، ہوں اور یہ ادھر جلد لگا 19 دینا، سے، حوالہ لگائیں. جلد اور 19 سے ہے اچھا ہاں اور جی 1938 کا شمارہ ہے، صفحہ نمبر 534 ہے، 5034. اچھا جلد تو آپ 19 نے پڑھا ہے اس کو، آپ نے پڑھا ہے، خطبۃ آپ کو کیا المحبوب جلد سمجھ آئی ہے؟ 19. مجھے جو سمجھ آئی ہے میں بیان نہیں کر سکتا، ورنہ جماعت والے مجھے بہت، میری یہ آئی ڈی بھی بلاک کروا دیں گے. نہیں اگر مطلب آپ کو اگر سمجھ آئی اور آپ سرکاری مسلمان ہونا چاہتے ہیں تو کوئی بات نہیں بھائی، جلدی ہو جائیں. اسلام قبول کریں، قادیان پہ لعنت بھیجیں، ہاں اور جی آپ کو مجھے پھر یہ آپ سمجھ حق آئی ہے، سنائیں. مجھے یہ سمجھ آئی ہے. اور نہیں 72 فرقوں پہ عامر رحمت صاحب بھیج کے چھوڑیں ان یہ میں بات، شامل عامر ہو صاحب جائیں. اس طرح کی بات نہ کریں. 72 جو ہے نا نہیں جو عامر صاحب اور فرقے ہیں ان نذیر پر صاحب سے رحمت بات نہ بھیج کریں، کر جو ان میں مجھے سمجھ شامل میں ہو آئی ہے جائیں. نا سنیں. جس اچھا میں وہ بیچارے سے آپ مجھے ایک سمجھ کیا میں آئی ہے، نام وہ ہے سنیں گے آپ. ہے، اس بیچارے خلیفہ کو وقت 2.5 تقریروں کے علاوہ کچھ نہیں آتا. 2.5 خلیفہ تقریریں وقت ہیں اس صاحب کے کو پاس، وہ میں سنیں. وہ ایک مشورہ، سارے بھائیوں کو ایک مشورہ دینا چاہ رہا ہوں کہ یہ جو یہ مناظری نہ کھیلیں. اب ایسے کریں کہ ایک بڑا مناظرے کی طرف جائیں، تمام اپنے فرقوں کے اکابرین بڑے جو ہیں نا، تاکہ پورے فرقے پھر ادھر ادھر آئیں، پوری نذیر صاحب یہ جماعتیں تقریر بعد میں کر لینا، پہلے میرے سوال پر آ جائیں. اسلام کی چلیں پھر میری بات سن لیں نذیر صاحب، میری چلیں بات پھر حقیقت کو نذیر مان صاحب، آپ کر سب سے اس پہلے میں شامل ہوں، اس لیے اپنی جو بڑا آپ کے مناظرہ نذیر صاحب کریں. میری یہ بات بڑا سن یہ لیں. مولوی چھوٹے صاحب اس کو پیسے تیار کریں، پیسہ ان کو کمانے تیار والا کریں. مناظرہ نہ کر. خلیفہ وقت بھائی اور عامر نذیر نذیر صاحب یہ صاحب میری پیسہ بات سن کمانے والے لیں، مناظریاں میوٹ نہ لگا کھیلیں، لیں. ایک بڑا مناظرے کی نذیر طرف صاحب میری بات جائیں. سن لیں، اور میوٹ لگا میرا لیں. مشورہ ہے تمام بھائیوں کو کہ ایک بڑے مناظرے کی طرف یہ جائیں سن لیا جس مشورہ، میں یہ سن لیا. ایک بار نذیر فیصلہ ہو ایک جائے. بات کو 2 بار سن لینا، ایک وہ بات شور کو نذیر ڈالے، 4 صاحب بار میری مجھے نہیں بات نہیں سن کرنا. سمجھ لیں، آ رہی کہ میری وہ بات سن رہے ہیں کہ نہیں 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 میں ایک منٹ رحیل صاحب، آپ تو کو بھی دوبارہ ڈالے، میری سوال بات میں سن لوں لیں. گا. رحیل صاحب ایک منٹ، آپ کا دوبارہ سوال میں ان کی طرف بھیجوں گا، لیکن صرف ایک بات مجھے کہہ لینے دیں. نذیر صاحب اگر بڑا مناظرہ ہو، مسلمانوں کی سب کی طرف سے ایک عالم دین ہو، وہاں مناظرے کے بعد مباحلہ ہو، مباحلے میں آپ کے خلیفہ کی وہاں لاش پڑی ہوئی ہو نا، پھر بھی آپ قادیانیت کو نہیں چھوڑیں گے. کیونکہ آپ کے سامنے ایک لاش 26 مئی کو بھی پڑی ہوئی تھی، جس نے کہا تھا یا اللہ اگر میں جھوٹا ہوں مجھے مولوی ثناء اللہ امرتسری کی زندگی میں عامر مار صاحب دے. یہ غلط وہ بات لاش پڑی تھی، آپ نے آپ یہ کی چھوڑا غلط نہیں. بات 72 عامر لاشیں صاحب، پڑی ہیں، آپ کی 72 لاشیں پڑی ہیں، عامر آپ نہیں صاحب یہ مان غلط رہے ہو. الفاظ میں یہ کہہ رہا غلط ہوں، الفاظ یہ کہہ رہا ہوں آپ نے چھوڑنا نہیں. تو یہ عامر صاحب مناظرے والی غلط بات الفاظ چھوڑ دیں، استعمال کر رحیل رہے کا ہیں. جواب دیں، رحیل کی بات کا جواب دیں. نہیں اصل فیصلے آپ پیسہ کمانے کی طرف لگے ہوئے ہو نا. یہ چھوڑ 2000 500 600 200 ہاں، یہ آپ کو جو پھول پیسے لگتے آپ ہیں. مجھے عربی میں بھیجتے ہو وہ بند کر دو، میں جو بھیجتے کہتا ہو وہ بند ہوں کہ کر دو، یہ نہ دین بھیجنا. بیچنا چھوڑ دیں، دین بیچنا آئے ایک بڑے مناظرے کی طرف قوم کو فیصلہ ہونے اوے دیں. آخو چھوڑ دینا. ایک بات میں نے کہا، ایک بات بار بار کرو گے تو میں پھر مجبوراً آپ کو ہٹانا پڑے گا. ایک بار سن لی ہے، اس کا جواب میں نے دے دیا. آپ اب نے پھر رحیل اس کی کا بات کا جواب نہیں جواب دیا، اس طرف آپ نہیں جا رہے ہیں نا، فیصلے کی طرف نہیں جا میں رہے نے ہیں. جواب دے دیا. میں پھر ایک دفعہ دوہرا دیتا ہوں، لیکن اس کے بعد یہ سوال نہیں کرنا. سوال کا جواب یہ ہے، ہاں نذیر صاحب آپ کی مرضی دیکھیں کا، غلط اگر الفاظ آپ استعمال کی نہیں مرضی کریں کا گے، دینا تو بات پہلے کریں. بتا دو کیا جواب دوں. نہیں میں نے اپنی مرضی کا جواب دینا. آپ میری مرضی کا نہیں، آپ جان چھڑا رہے ہیں، بھاگ رہے ہیں، بھاگے نہیں بس. یار آپ جو مرضی کہتے رہیں اس کو، میں نے جواب دے دیا ہے. وہ جواب ہے ہی آپ نہیں، کے وہ جواب ہے ہی نہیں. آپ کے ساتھ بڑے مناظر، آپ کا جو کابر تھا نا، سب سے بنیادی کابر جس نے اس کفر کی بنیاد رکھی، اس کے ساتھ ہمارے علماء نے مناظرے کیے. اس نے خود تسلیم کیا کہ اس کا مناظروں کا نتیجہ اچھا نہیں نکلا. اب کون سا مناظرہ پیچھے رہ گیا؟ اس نے اللہ سے فیصلہ بھی کیا مباحلہ کر کے، یا اللہ میرا اور مولوی ثناء اللہ امرتسری کا فیصلہ کر دے. اگر میں جھوٹا ہوں اور یہ میرا دعویٰ یہ سراسر افطرا ہے،
تو یا اللہ مجھے مولوی ثناء اللہ امرتسری کی زندگی میں مار دے. وہ مر گیا 13 مہینے بعد, پھر بھی آپ نے نہیں مانا. اب بھی اگر بڑا مناظرہ ہوگا, لاش سامنے پڑی ہوگی, پھر بھی آپ نہیں مانو گی. یہ میرا جواب ہے. نظیر صاحب وہاں 150 لوگ بیٹھے ہوتے تھے مناظرے میں, 150 لوگ تھے. اب 1 ارب دنیا دیکھے گی, 2 ارب لوگ دیکھیں گے, 5 ارب لوگ دیکھیں گے, تو ایک فیصلہ ہوئے گا انشاءاللہ. ہاں شور نہ کر. نہیں شور نہیں, میں تو ایک تجویز دے رہا ہوں بھائی, آپ مان نہیں رہے, بھاگ رہے ہو. تجویز میرے سوال پر نہیں آنا, دینی ہے. میرے سوال پر نہیں آنا. سن لیا میں نے, اس کا جواب دے دیا ہے کہ پخانوں میں لت پت لاش دیکھ کر بھی تم بدبختوں نے نہیں آپ قبول دیکھیں نا, کیا. آپ پھر گند بکنے لگ گئے ہو نا. آپ کو اچھا مشورہ دیا ہے, اسے بھاگ رہے ہو اور گند بکنے لگ گئے ہو. اگر بار بار بک بک کرو, یہی تم لوگ پتہ نا, تم لوگ رکاوٹ ہو اسلام کی سمجھنے میں, تم مسلمانوں کو دھوکہ دے رہے ہو, پیسے کما رہے ہو. اسی لیے میں کہہ رہا ہوں کہ انسان بن جاؤ, ورنہ ذلت تمہارا مقدر بننے والی ہے سب کا. تمہارے خدا تعالیٰ کی تقدیر چلنے والی ہے, لاٹھی چلنے والی ہے, بچ جاؤ اس سے. اس کی لاٹھی نظر آ رہی ہے ہمیں, ہم اس کی لاٹھی دیکھ رہے ہیں. تم نے پانی پینا شروع کر دیا, اس کی لاش سے خلیفہ وقت کے منہ سے نکلے ہوئے الفاظ جو ہیں وہ پورے ہونے لگے ہیں. خلیفہ اسلام کے الفاظ پورے ہونے لگے ہیں. بچ جاؤ مولویوں, بچ جاؤ. گندی لاش کے ساتھ اپنے گند کو اس گندی لاش کا ورنہ خدا کی تقدیر تمہیں صاف کر دے گی. خلیفہ وقت کے الفاظ سن. اس لاش کو برف کیوں لگائی تھی, اس لاش کو برف کیوں کہ لگائی یہ گند اب دنیا سے اس گندی لاش کو برف کیوں لگائی تھی ختم ہونے نے. عامر صاحب یہ غلط الفاظ استعمال کر رہے ہیں. ختم ہونے والی. یار یہ بکواس کرتا جا رہا ہے, بکواس کرتا جا رہا ہے. میں اس کو چپ کرا رہا ہوں. انسان کا بچہ بن گیا, دفع ہو جائے یہاں سے. اس گندی لاش کو میوٹ کر دیں, میوٹ کروا دیں, لیکن اس طرح کے الفاظ استعمال نہ. ایک منٹ کا موش ہو جائے گا, 1 منٹ کا موش. عمر بھائی آپ نے اس سے پوچھا ہے کہ اس لاش کو برف کیوں لگائی تھی, کہتا ہے تاکہ یہ گند دنیا سے مٹ جائے. سننے والی بات ہے, لکھوا کے سنیے گا اس کی. یہ صرف گالیاں دینے آتا ہے, جھگڑا کرنے آتا ہے. بڑا مناظرہ کر دو. بڑا مناظرہ کر کے اگر وہاں پر مناظرے میرا سوال تو رہ گیا, آپ نے ان کو بتا دیا ہے. بڑا مباحثہ کر کے لاش تمہارے سامنے پڑی ہوگی, تم کہو گے نہیں یہ کسی اور رنگ میں لاش پڑی ہے. یہ لاش اللہ تعالیٰ نے ہمارے سامنے کسی اور بڑا ہی رنگ میں رکھ مناظرہ دی ہے. کیا تھا نا بشیر شہسوانی سے, بڑا ہی مناظرہ کیا تھا. 5 پرچوں کا مناظرہ طے کیا تھا. تیسرے پرچے میں مناظرہ دلی سے چھوڑ کر قادیان گھر آ گیا تھا. تیسرے پرچے میں بھاگ آیا تھا. اس سے بڑا مناظرہ کیا کرنا ہے؟ سوال کیا تھا؟ اچھا آپ بتا دیں سوال کیا تھا, سوال بتائیں, ہم جواب دے دیتے ہیں. رحیل صاحب سوال بنتا ہی نہیں ہے نا, آپ تو اس میں اختلاف ہے نا, آپ کو سوال بنتا ہی نہیں ہے. نہیں, آپ سے سوال نہیں ریپیٹ کریں گے تو نیچے سے کوئی سن کے آپ کا بھائی آ جائے گا نا. ریپیٹ کریں گے تو کوئی آپ کا بھائی آ جائے گا نا سن کے. سوال ریپیٹ کر دینا. سوال یہ تھا, خطبات المحمود ہے, خطبات المحمود ہے, جلد 19 ہے اور 1938 کا شمارہ ہے, صفحہ نمبر 5034 ہے. اس کی جو ایک عبارت ہے اس پہ آپ لوگ بڑا تنقید کرتے ہیں, وہ ایک عبارت میں پڑھنا نہیں چاہتا, لیکن اس کا میں خلاصہ جاننا چاہتا ہوں. 5034 صفحہ ہو ہی نہیں سکتا, 5034 پیج نمبر ہو ہی نہیں سکتا نا. 5034 والا کوئی شمارہ ہی نہیں. صفحہ صحیح بتاؤ, صفحہ 1938 کا شمارہ ہے, 19 ہے. 1938 کا شمارہ کون سا ہے؟ فضل کا شمارہ. بات تو سننا, اب بات سننا غور سے. جلد نمبر 19 ہے. جلد نمبر 19 ہے. کس کی خطبات المحمود ہے, خطبات المحمود. خطبات محمود کی جلد 19 کے 600 سے زیادہ صفحات نہیں ہے. اب یہ میرے پاس تو یہاں 5034 ہی آ رہا ہے. غلط ہے نا, غلط ہے. وہ چیک کر لیتا ہوں میں. 1938 کا شمارہ ہے. 1938 کا شمارہ ہے. یار 5000 صفوں کا شمارہ کون سا ہوتا ہے؟ کوئی جلد نہیں ہے عمر بھائی. وہ خطبات محمود کا کہہ رہا ہے, خطبات محمود کا. خطبات محمود کا نا ابھی زیادہ وہ 1 منٹ سن. مبشر نے یہ حوالہ پیش کیا ہے, ابھی مبشر نے یہ حوالہ پیش کیا ہے. خطبات محمود کی خطبات محمود کی 19ویں جلد کے کل صفحے کتنے ہیں؟ 19ویں جلد. مبشر نے بھی یہی حوالہ پیش کیا ہے. عمر بھائی میں بتاتا ہوں نا, بات سنے نا سے میری. سال پورے کی جلد ہوتی ہے 1 سال کی, ٹھیک ہے نا. 48 خطبے ہیں, 50 خطبے لیں نا, 5 صفحوں کا خطبہ لائے 250 بنتے ہیں.
अल्लामा साहब मुफ्ती मुबशिर ने अभी ये हवाला पेश किया है तो मैंने लिख लिया था, मैंने लिख लिया था अभी हवाला पेश यार तुम्हारे लिखने में फर्क है ना, लिखने सुनने में गलती लग गई है। सफा नहीं है ये। आपका बड़ा मशहूर हवाला है, आप लोग बड़ा पेश करते हैं उसको। आपका बड़ा यार, जो पैगामियों ने खत लिखा था, वो बात पैगामियों ने खत लिखा था, कौन सा हवाला बताओ, हम बताते हैं कहाँ का है ये। भारत वाले की आपका बड़ा फेवरेट हवाला है यार, भारत पढ़ना वाले की क्यों नहीं पढ़ता ऐवान साहब, आपका बड़ा फेवरेट हवाला है ये। भाई यार, भारत पढ़ेगा तो हमें पता होगा ना फेवरेट हमारा कौन सा है। तुम्हें इल्हाम हुआ कि हमारा फेवरेट हवाला है, इल्हामी खबर है तुम्हें? नहीं मैं पढ़ नहीं सकता ये हवाला, लेकिन ये है कि मेरे को आपसे तो मैंने पूछा ही नहीं था, मैंने तो अपने अहमदी भाई यार से मुझे पूछा। क्यों कह रहा है कि तुम्हारा फेवरेट हवाला है? मुझे मेरे बारे में इल्हाम हुआ है तुम्हें कि मेरा फेवरेट हवाला जी है? निजामी सुलह वालों ने भी इस तरह का खत लिखा था। नहीं, कोई दर्शनीय चीज आया था वो आगे गया है, कोई टीची से आया है, या क्या नाम है उसने, जलाश ने खबर दी है कि वलीउल्लाह का जिक्र है, वलीउल्लाह का जिक्र है कि हजरत साहब तो वलीउल्लाह थे, हजरत साहब तो वलीउल्लाह थे, इस तरह का कोई जिक्र है। हाँ, अच्छा। जो रोज जना करते थे वो वाला है। वो तो कभी जना करते थे, ये रोज जना। पैगामियों ने खत लिखा था, वो पैगामियों ने कोई खत लिखा था, तो खलीफतुल सानी रज़ी अल्लाह ताला अन्हु ने ऐसा क्यों लिख दिया? बस ये हमारे सामने उसको रज़ी अल्लाह, हमारे सामने उसको दयूस को रज़ी अल्लाह ना कहना, नहीं तो हम उसको दयूस बोलेंगे। खलीफतुल सानी सॉरी। तो वो वाला हवाला जो है, वो वाला हवाला पूछ रहा है कि ये रोज जना करता है खलीफा, बाप इसका कभी जना करता था, वो वली अल्लाह कहता है बना हुआ था। खलीफतुल सानी ने नहीं कहा, ये उन्होंने कोई खत पढ़ के सुनाया था जो कि पैगामियों की तरफ से आया था। लेकिन मुझे पूछना ये था खलीफतुल सानी ने ऐसा क्यों किया, अपने खुतबे में इसका जिक्र क्यों किया? ये मैं खुलासा चाह रहा था, आपसे नहीं चाह रहा था, मैं नज़ीर साहब से चाह रहा था, क्योंकि आप तो इसमें इख्तिलाफ हो, आप तो खिलाफ ही बात करोगे मिर्ज़ा अव्वल हज़रत साहब के बारे में। खत में जो बात लिखी हुई है ना, वही बात वहाँ मशहूर थी माशरे में, वो तो कभी जना करते थे, ये तो रोज ही करते हैं सरकार। ये बात मशहूर थी, खत भी वही आया था जो माशरे में। नहीं, ऐसा कुछ नहीं है, मशहूर बात, हाशिया या अराई कर रहे हैं ना, हाशिया अराई कर रहे हैं। कोई हाशिया राय नहीं कर रहे। आपको कभी कोई खत ऐसा आया जो कभी आपने खबर पहले कभी ना सुनी हो, अनहोनी खबर? वही होता है जो आले दुआले इर्द गिर्द हो रहा होता है, लोग कहते हैं भाई ये अपनी कुड़ी ਨੂੰ संभाल, अपने मुंडे ਨੂੰ संभाल। इस तरह के खत तभी आते हैं जब पहले गली मोहल्ले में शोर होता है। आमिर साहब, आप ऐसे हाशिया अराई करते ना, फिर अच्छा नहीं लगता बात करना। बहुत इल्मी गुफ्तगू होना चाहिए, इस तरह नहीं होना चाहिए जो लिखा है वहाँ पर। और वो भी पैगामी सुलह वालों ने इस तरह का लिखा था, खलीफतुल सानी रज़ी अल्लाह ताला ने ऐसा कुछ नहीं लिखा, खलीफतुल सानी ने ऐसा कुछ भी नहीं लिखा। हाँ भाई, ओ सुन ले रही, 31 का शुमारा है अल-फज़ल का, 31 अगस्त 1938 का शुमारा है, जाके खोल के पढ़ ले, उसमें हवाला मौजूद है। लिख ले, दोबारा गौर से लिख। मसला ये है कि वो पूछना चाहता है, रहील ये पूछना चाहता है कि ये क्यों से बात करें, देवान साहब तमीज से बात करें थोड़ा। रहील साहब ये पूछना चाहते हैं कि वहां पर ये खत क्यों छापा गया? हकीकत है, एक जो हकीकत है उसको छापना ही था ना। बात तो सच है, मगर बात है रुसवाई की। जो सच है उसको तो छापना ही था ना भाई, ना छापता। अस्सलाम वालेकुम रहमतुल्लाह। वालेकुम अस्सलाम। सादे मोहतरम की हाल चाल, सेहत भी ठीक है? अल्हम्दुलिल्लाह। शुक्र है मालिक दी ज़ात दा। ਇਹ ਆਪਣਾ ਰਾਹੀਲ ਸਾਹਿਬ ਜਿਹੜੇ ਨੇ ਨਾ ਆਪਣਾ ਇਹਨਾਂ ਦੇ ਅੰਦਰ ਜਿਹੜੀ ਰੂਹ ਹੈ ਨਾ ਉਹ ਸਾਕੀ ਵਾਲੀ ਆ ਗਈ ਹੈ ਤਕਰੀਬਨ दुआ करो अल्लाह इन्हें इस्लाम कबूल करने की तौफीक दे, ਅੱਲਾਹ चार हरफ लानत दे पा के इस्लाम च आ जान इंशाअल्लाह। ਇਹਨਾਂ ਦੇ ਅੰਦਰ ਰੂਹ ਆਉਂਦੀ ਪਈ ਹੈ ਸਾਕੀ ਭਾਈ ਵਾਲੀ,
ਤੇ ਇਹ ਵੀ ਆਪਣਾ ਜਿਹੜੇ ਨੇ ਹਵਾਲੇ ਸ਼ਵਾਲੇ ਇਕੱਠੇ ਕਰਕੇ ਤੇ ਚੜੇ ਨੇ ਇਹਨਾਂ ਦੇ ਮਗਰ। ਤੇ ਦੇਖੋ ਹੁਣ ਕਿਸ ਦਿਨ ਇਹ ਕੰਮ ਕਰਦੇ ਨੇ। ਅੱਲਾਹ ਪਾਕ ਇਹਨਾਂ ਨੂੰ ਆਸਾਨੀਆਂ ਪੈਦਾ करे ਇਹਨਾਂ ਲਈ, अल्लाह पाक ਇਹਨਾਂ ਨੂੰ हिदायत देवे। राहील भाई और वो सारी मूसा भाई चीज़ें कह रहे हैं कि अल्हम्दुलिल्लाह, राहील भाई वो मूसा भाई कह रहे हैं कि आपने अनकरीब इस्लाम कबूल कर लेना है। आपको पता चल चुका है कि ये गंदगी का एक अल्लामा साहब ढेर है जरा जिसको मूसा साहब से पूछें, मूसा साहब से ये पूछें इस्लाम कबूल करने के बाद कौन से फिरके में गए ये? हाँ बड़ा औखा सवाल जी। भाई आप किसी फिरके में भी जाना पसंद करें ना जाना पसंद करें, इससे कोई फर्क नहीं पड़ता। आप इस्लाम कबूल कर लें, यही हमारे लिए बहुत है। फिरका नजीरिया में हाँ फिरका नजीरिया में, ये सही जवाब है। हाँ ये सही जवाब है। इस्लाम कबूल अल्लामा साहब के फिरके में शामिल हो जाता हूँ। हाँ इस्लाम कबूल करें, फिरका नज़ीरिया को ज्वाइन करें और इससे जान छुड़ाएं। ये गंदगी है यार, गंदगी है। ऐलान करें कि मैंने आज फिरका नज़ीरिया में रोज मरजाइयों की मंजी ठोके। हाँ हमारे साथ मिलकर ये हवाले पढ़ के उनके आगे रख के उनकी मंजी ठोकें। आप तो अच्छी भली बात कर लेते हैं खूब। आप जिस तरह आप मुझे जिच किया करते थे ना, इसी तरह मिर्जाइयों को जिच करें, मंजी ठोकें उनकी। चंदा भी नहीं लेंदे। चंदा भी नहीं लेंदे जी, ਇਹ ਵੀ बड़ा ਤੁਹਾਨੂੰ फायदा होएगा। फिरका नज़ीरिया का कोई चंदा नहीं है। ये है कि बराइन अमरिया लिखनी है तो उसके लिए आपने चंदा देना है बस। मसला इनको ये है, कराची में कभी सिग्नल इनके डाउन हो जाता है। अच्छा ये अभी बाहर के किसी कंट्री में नहीं गए? जाने के नहीं हूँ, लेकिन बैकग्राउंड मेरा वहीं से ही है, लेकिन फिलहाल मैं जर्मनी फ्रैंकफर्ट में हूँ। अच्छा तो सिग्नल आपके क्यों डाउन रहते हैं जब भी आप आते हैं? किसी फैक्ट्री में काम करते हैं? सॉरी, आप किसी फैक्ट्री में काम करते हैं, जब भी आते हैं आपके सिग्नल डाउन ही होते हैं। आवाज नहीं पे आनी। आवाज इसलिए नहीं ना पियानी के सिग्नल नहीं पियाने। कराची ने भी नहीं जे ਇਹ ਬੋਲੀ ਵਿੱਚ ਅਸਾਂ ਨਹੀਂ ਬੋਲ ਪੈਂਦਾ हैं ਇਹ ਪੰਜਾਬੀ ਅਸਾਂ ਨਹੀਂ ਬੋਲਣਾ ਤੇ ਕਰਾਚੀ ਨੇ ਵੀ ਨਹੀਂ ਜੇ ਹੁਣ ਕਹਿੰਦਾ ਆਵਾਜ਼ ਨਹੀਂ ਪਈ बैकग्राउंड ਹੁਣ ਪੰਜਾਬੀ ਜਿਹੜੀ देर कहाँ ਕਰਾਚੀ से ਦਾ आप? ਉਰਦੂ ਸਪੀਕਿੰਗ ਪੰਜਾਬੀ ਇੰਜ ਬੋਲ ਹੀ ਨਹੀਂ ਸਕਦਾ रेल सही से अपना तारुफ कराएं यार, सही से तारुफ कराएं और मेरे हाथ पे आज सलाम कबूल करें। अच्छा जो भी भाई आए हैं उनको सबको सलाम अलैकुम। मैं थोड़ा पीछे गया हुआ था, नईम भाई को, बाकी दोस्तों को। अच्छा इस्लाम कबूल करवाने लगे हैं? अच्छा मैं गलत टाइम पे बोल रहा हूँ। ओके ओके करवाएं जी करवाएं। नहीं वो म्यूट कर लें बात अब। नहीं उनको कहें अनम्यूट करें, उन्हें इस्लाम कबूल करें। जुम्मे वाला दिन है, रोला मुकाओ। क्यों भाई राहिल भाई, आज जुम्मे का दिन है, 16 जनवरी 2026 है। खिंच दो पैंडा, इस्लाम कबूल करो, मजाइयों के पीछे लग जाओ मेरे साथ मिलकर। नहीं पीछे तो वो मरज़इयों के पहले लगा बेचारा, सिर्फ इस्लाम ही कबूल करना है। कर लिया हो उसने, हैं? हो सकता है दिल में कबूल कर लिया हो। मैं क्या नहीं भाई, अस्सलाम वालेकुम। राहिल भाई राहिल भाई मेरी आवाज़ आ रही है? उनके सिग्नल डाउन रहते हैं यार राहिल भाई या वो- प्लीज यार कर लो यार, फैक्ट्री में। रिक्वेस्ट आवाज है नहीं यार। पियानी।
ਲਿਖ ਰਹੇ ਨੀਚੇ ਆਵਾਜ਼ ਨਹੀਂ ਪਈ ਆਉਂਦੀ। ਜਿਸ ਦਿਨ ਇਸ ਬੰਦੇ ਨੇ ਇਸਲਾਮ ਕਬੂਲ ਕਰਨਾ, ਮਿਰਜ਼ਾਈਆਂ ਨੇ ਕਹਿਣਾ ਹੈ ਇਹ ਪਹਿਲਾਂ ਹੀ 2 ਨੰਬਰ ਸੀ, हाँ सूखा पत्ता सी झड़ गया। अच्छा, आज एक बड़ी मज़ेदार बात सुनी आमिर भाई, सुनने वाली बात है। राजा दाऊद मनान साहब अपना किस्सा सुना रहे, वहाँ पे अश्क बाहर हुए हुए कि जब मैंने अहमदियत कबूल की, मैं पाकिस्तान वापस गया, 2 साल के बाद मेरे पास 2 साल का बच्चा था, तो मुझे मेरे वालिद ने ना कुल्हाड़ी के डंडे से मारा, और फिर मेरे वालिद ने जो है ना वो मसीह मौत के बारे में कोई बात की, तो मेरे से बर्दाश्त नहीं हुआ, तो मैंने कहा मुझे चाहे इस कुल्हाड़ी से कत्ल कर दें, लेकिन मसीह मौत के बारे में मैं एक लफ्ज़ नहीं सुनूंगा। और अच्छा। साथ में फिर अश्क बाहर होते रहे। हाँ ये रिकॉर्डिंग है किसी ने की? यार उन मतलब मैंने नहीं पता है, रिकॉर्डिंग पक्की गल है, कहोगे तो दोबारा वापस सुनवाना नहीं होना है, कोई फरोला नहीं बाहर। ये ड्रामा रिकॉर्ड करना चाहिए था। अच्छा, तो मैं भी बड़ा वहाँ पे ना सुन रहा था बड़े अदब के साथ में, यार इतना मतलब इमोशनल माहौल बना हुआ है, थे म्यूट खोले ऐसा ना हो कुल्हाड़ी मेरे से चल जाए, तो मैं सुनता रहा। ते थोड़ी देर बाद गलबात हुई, ते कहते ने मेरे वालिद जिहड़े सन ना वो वैसे तो जमात के खिलाफ सन, लेकिन वो मिर्ज़ा ताहिर साहब के बारे जो गल करते सन वो रो पैंदे सन, ते वो कहते सन देखो यार काश ए बंदा मुसलमाना दे कोल हुंदा। वो कह रहे सन कि यार वो दुख और अफसोस दे नाल कहंदे सन यार इन्ना दलेर बंदा, इन्ना हैवी दलेर बंदा, याद दे दौर दे विच उन्होंने तकरीरां करनियां इस तरह पूरा मतलब मिर्ज़ा ताहिर साहब दी ना उत्ते तारीफ हो रही थी। नाल ही कहंदे ने यार इन्ना दलेर बंदा, मेरे वालिद साहब कहंदे हुंदे सन कि यार काश है साडी साइड ते हुंदा, ਜਿਹੜਾ ਨਸਤਾ 에어ਪੋਰਟ ਤੋਂ ਇੰਜ ਝਾਕੀ ਦੇ ਕੇ ਦੌੜਦਾ ਉਹ ਤੋਂ 에어ਪੋਰਟ ਤੋਂ, ਕਾਸ਼ ਇਹ ਬੰਦਾ ਸਾਡੇ ਨਾਲ ਹੁੰਦਾ। नहीं है तो निशान है ना, तुसी मुखालिफ तुसी ते ऐसी होने गए जाहिल मुखालिफ। अच्छा खलीफा वक्त खलीफा साहब जी भाजी जी खलीफा साहब साढ़े पासे कहावत है कि हो जब बंदा साढ़े पासे होवे ना तो ਅਸੀਂ ਆਪਣੇ ਹੱਥੀਂ ਸਾਂ ਗੋਲੀ ਮਾਰ ਸਕਦਾ। मेरी गल तो सुनो। नहीं मेरा पता की मनना है अमर भाई ਇਹਦਾ ਉਹ ਹਿਸਾਬ ਹੋਣਾ ਉਹਦਾ ਦੇ ਮੁਸੇਰਾ ਨਬੀਨਾ ਨਾਲ ਰਿਸ਼ੀ ਦਾ ਬੰਦਾ ਇਹਦਾ ਵੀ ਉਹ ਹਿਸਾਬ ਹੋਣਾ ਹੈ। अच्छा यार गल ਅੱਜ ਭੁੱਲ ਗਏ ਅਲੀ ਭੁੱਲ ਗਏ ਲਾਲੇ ਮਸੇ ਦਾ ਨਹੀਂ ਸੀ ਬੰਦਾ। नहीं खलीफा भाई उन्होंने ये नहीं बताया कि मेरे जो अब्बू थे वो भी पहले अहमदी थे। हाँ उन्होंने बताया अच्छा। उन्होंने कहा कि मेरे वालिद थे वो पहले अहमदी थे, लेकिन फिर वो बाअमल नहीं रहे तो उन्होंने फिर वो अहमदी डिंगे दा तो इनके वालिद कहते हैं पहले अहमदी थे तो छोड़ दी, फिर ये कहते हैं कि वो मतलब जो इनके साथ मतलब ट्रेजेडी ये भी हुई कि वो जो इनकी पहली मेरा ख्याल है कि बात समझ नहीं आई यार, बात समझ नहीं आई भी ਇਹਦਾ ਪਿਓ ਪਹਿਲੇ ਮਿਰਜ਼ਾਈ ਸੀ ਫਿਰ ਮਿਰਜ਼ਾਈयत छोड़ देती है। इससे पहले मिर्जाई सी मिर्जाइयत छोड़ी तो फिर कबूल की जैसे ये पहले नहीं सी मिर्जाई बाद इस कबूल की है। हाँ एक गल जी ना इस तरह वे कि पहले जो ਉਹਦੇ वालिद साहब ਜਿਹੜੇ ਨੇ ਨਾ ਜਦੋਂ ਹੈ ਮੇਰਾ ख्याल है जो मैं ਇਹ ਗੱਲ ਕਨਫਰਮ ਵੀ ਕਰ ਲਾਂਗਾ ਜਿਹੜੀ ਗੱਲ ਮੈਨੂੰ ਸਮਝ ਆਈ ਹੋਵੇ ਸਮਝ ਆਈਏ ਕਿ ਜਦੋਂ ਰਾਜਾ ਤਾਉਲ ਮਨਾਨ ਸਾਹਿਬ ਨੇ ਹੋਸ਼ ਆਪਣਾ ਪਾਇਆ ਨਾ ਉਦੋਂ ਉਹਨਾਂ ਦੇ ਵਾਲਿਦ ਮੁਸਲਮਾਨ ਸਨ। हाँ लेकिन उस तो पहला वो अहमदी रियासत रह चुके सन, पहले किधर मिर्जाई रहा है। हाँ जी तो फिर वो यार भाई तेन की है रहील ये तमाम तेरे नैट वाले मसले भी हल हो जाएंगे, इस्लाम कबूल कर लै। चलो मुसलमान रल के अच्छा नैट तो तेन दवा ही सकते हैं ना, वीज़ा नहीं दिला सकते इसी तेन तो अच्छे नैट का ठेका मैं ले लेना। और दस अमर भाई मैं एक सवाल कर सकला? टाइम चलना क्यों नहीं यार सवाल मेरा ऐसी एक बंदा अमर भाई ना थोड़ी देर पहला मैनू उत्ते आंदी कोई
ਪਤਾ ਨਹੀਂ ਕੀ ਵਜ੍ਹਾ ਕਿ ਮੈਨੂੰ ਉੱਤੇ ਨਹੀਂ ਚੁੱਕਿਆ ਗਿਆ। ਉਹ ਸਵਾਲ ਕਰ ਰਿਹਾ ਸੀ ਆਮਰ ਭਾਈ ਨਾਲ ਕਿ ਉਹਨਾਂ ਦੇ ਜਿਹੜੇ ਮਿਰਜ਼ਾ ਸਾਹਿਬ ਲੈ ਉਹਨਾਂ ਨੇ ਇਹ ਕਿਹਾ ਉਹ ਕਿਹਾ ਹੈ, ਉਹਨਾਂ ਨੂੰ ਹਲਾਮ ਹੋਇਆ ਉਹ ਹਲਾਮ ਹੋਇਆ, ਤੇ ਫਿਰ ਉਹਨਾਂ ਨੇ ਕਾਦੀਆਨੀਅਤ ਫੈਲਾਈ। ਸਵਾਲ ਹੈ ਸੀ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਮੱਕਾ ਫਤح ਕੀਤਾ ਉਹਦੇ ਬਾਅਦ ਇਸਲਾਮ ਜਿਹੜਾ 53 ਮੁਲਕਾਂ 'ਚ ਆਸਤਾ ਆਸਤਾ ਫੈਲ ਗਿਆ, ਇਹਨਾਂ ਨੇ ਕਿਹੜੇ ਕਿਹੜੇ ਮੁਲਕ 'ਚ ਫੈਲਾਇਆ ਜ਼ਰਾ ਉਹ ਤੇ ਦੱਸਣ ਮਿਰਜ਼ਾ ਸਾਹਿਬ ਨੇ ਆ ਕੇ। 210 ਮਸੂਦ ਸਾਹਿਬ 210 ਭਾਜੀ ਪੂਰੀ ਗੱਲ ਸੁਣ ਲਿਆ ਕਰੋ ਖਲੀਫਾ ਸਾਹਿਬ, ਅਗਲੇ ਨੂੰ ਵੀ ਕੋਈ ਥੋੜਾ ਜਿਹੀ ਅਕਲ ਅੱਲਾ ਨੇ ਦਿੱਤੀ ਹੁੰਦੀ ਹੈ। ਜੀ ਜੀ ਬਾਜੀ ਕਰੋ ਕਰੋ। ਉਹਨੇ 100 ਸਾਲ 'ਚ ਕਿੰਨੇ ਕੁ ਜਗ੍ਹਾ ਤੇ ਕਿਹੜੇ ਮੁਲਕਾਂ 'ਚ ਜਾ ਕੇ ਇਸਲਾਮ ਫੈਲਾ ਲਿਆ ਜੋ ਇੰਨੇ ਕਾਬਲ ਹੋ ਗਏ ਨਾ ਬਜਾਏ ਕਿ ਅਜ਼ੀਲਾ ਲੈਣ ਦੇ। ਤੇ ਇੱਕ ਸ਼ਖਸ ਜਿਹੜਾ 1400 ਸਾਲ ਪਹਿਲਾਂ ਆਇਆ ਸੀ 53 ਮੁਲਕ ਮੁਸਲਮਾਨ ਨੇ ਇਸ ਲਈ ਆਫੀਸ਼ੀਅਲੀ, ਇਹਦੇ ਬਾਰੇ ਚੋਂ ਕੀ ਕਹਿੰਦਾ ਤੇ ਫਿਰ ਪਤਾ ਲੱਗਦਾ ਉਹ ਬੰਦਾ ਕਿੰਨਾ ਕਿਲਮ ਵਾਲਾ। अस्सलाम वालेकुम रहमतुल्लाह। वालेकुम अस्सलाम। अच्छा आमिर भाई करेंगे बात, करें आमिर भाई, जवाब देते हैं इनके भाई को। नहीं आप बात कर लें, फिर ये रिकॉर्डिंग सुननी है, वो भाई कह रहे हैं मेरे पास रिकॉर्डिंग मौजूद है, आप कर लें बात। अच्छा बस मैं यही कहना था कि देखिए ये तो इनकी अब अपनी सोच है। आप हाल अगर देखें, मैंने उस दिन एक कंपैरिजन ड्रॉ किया था, अगर आप जाएं ना, इनके लिए जवाब ये है कि कादियानी गौर से सुनना, अगर तुम लोग जाओ तो जाके गूगल के ऊपर एंटर करो पॉपुलेशन बाय रिलीजन इन कादियान इंडिया, तो आप देखोगे कि वहाँ पर इनकी तादाद तीसरे नंबर पर है। ये वो जगह है जहाँ से इनका दीन शुरू हुआ था, सेंटर ऑफ कादियानियत। और आप उधर हालात देख लें इनके, और इससे पहले हम बड़ी दफ़ा वो हालात व वाक़यात बता चुके हैं कि इनको तो वहाँ पे सिख जो थे वो पखाना भी नहीं करने देते थे, वो कहते थे उठा के लेके जाओ साथ अपने, और बहुत सारी बातें की जा सकती हैं लेकिन मौजू वो नहीं है। तो ये हालात हैं। फिर ये वहाँ से चले तो इस शौक़ में कि चलो जी एक रियासत बन रही है, अंग्रेज़ हुकूमत हमारे साथ मिलेगी, हम किसी तरीके से वहाँ पर जाके पाकिस्तान के ऊपर कब्ज़ा करके अपनी स्टेट बना लेंगे, वो भी इनका जो है वो चाल नहीं चली इनकी। हालांकि इनका जो ज़फ़रुल्लाह था, जो पाकिस्तान का पहला वज़ीर ख़ारजा था, उसने बहुत बड़ी इन्फ्लुएंशियल पोजीशन पर वज़ीर था, और फिर भी वो चालें नहीं चली। फिर भुट्टो साहब के दौर के अंदर मिर्ज़ा ताहिर साहब खुद भुट्टो साहब से मिलते रहे हैं, बल्कि भुट्टो साहब को उनकी जो वोटर लिस्टें हैं, उनके जो वो नुमाइंदगी उन्होंने सेलेक्ट करने हैं, उनकी तक लिस्टों को वेरीफाई करके देते रहे हैं, तकरीरें लिख के करेक्ट करके देते रहे हैं इनको। तो इनको बड़ा शौक़ था। असल जो प्रॉब्लम हुई है वो ये 1974 में, जब इनकी तमाम उम्मीदें इन पर पानी फिर गया, ठीक है जी, और फिर इन्होंने कूच किया कहीं और का। तो ये मुसलसल मतलब जो है वो राह फरार पर है, कहीं पर भी इनका मस्कन इनको नहीं मिला, कहीं पर भी खिलाफत या ऐसी कोई अर्द के ऊपर इनको नहीं है। तो ये इनके लिए मेरा ख्याल है कि वो बात वापस आई है जो कि मिर्ज़ा ग़ुलाम अहमद साहब ने फरमाई थी, कुरान की आयत लिख के, मस्कना वाली आयत जो लिखी थी कुरान मजीद की यहूदियों के बारे में, कि यहूदियों का इस सबब कि उन्होंने सताया है अम्बिया को, तुम देखो कि कभी भी उनको अपना मुल्क नहीं मिल पाएगा। आज हमें पता है कि इज़राइल जो है उसको बेशतर ममालिक ने कबूल कर लिया और यहूदियों ने अपना मुल्क बना लिया। तो यहूदियों को जिनको कि ये कहते थे कि उनको जगह नहीं मिलेगी कहीं पर, बात अभी ये तरक्की नहीं कर सकते। हाँ जी ऐसे ही है कि, और दूसरे के बारे में कहा था वो ईरान उनका मुल्क है, अहले तशय्युओं का, इनके पास छणकले हैं। एब्सोल्युटली। तो ये हालात हैं। बाकी बातें करने को मैं भी कह सकता हूँ कि मैं जो हूँ वो स्पाइडरमैन हूँ, मेरे कहने से क्या होता है, कोई मानेगा थोड़ी। मैं चाहे मास्क पहन के 2 छलांगे भी लगा के दिखा दूंगा, लोग कहेंगे नहीं तू वो नहीं, तो लोगों को पता है। ये अजीब बात है। ऑडियो सुन लो, ऑडियो छड्डो जी ऑडियो मार्केट च। नहीं, इनकी जमात में अक्सर कहा जाता है कि गैर आमदियों से ना मिलो। ये तो खुद कह रहे हैं कि ना मिलो, तो ये कैसे इस्लाम फैला रहे हैं? इनसे ये सवाल किया जाए। वो मसूद भाई इसलिए कहते हैं, फिर ऑडियो सुनते हैं, वो मुझे शायर एक याद आ जाता है, वो कहता है ना मिलो हमसे ज़्यादा कहीं प्यार होना चाहिए। शायर ने इसी मौके के लिए ये फरमाया। जी लवम साहब आप चला सकते हैं।
वो तो मेरे ख्याल में बोल ही नहीं रहे। अस्सलाम वालेकुम। अस्सलाम वालेकुम जी, 1 मिनट में चलाता हूँ, 1 मिनट बाद चलाता हूँ मैं। ओके 1 मिनट। नहीं भाई मौजूद हो? और नहीं भाई अस्सलाम वालेकुम, भाई वो जो ਜਿਹੜੀ ਗੱਲ ਤੁਸੀਂ ਸ਼ੀਆ ਵਾਲੀ ਗੱਲ वालेकुम अस्सलाम जी। की हाल चाल है? ठीक ठाक हो? के गल जवाना थांदा ही नहीं ਹੁਣ ਇੱਥੇ ਇੱਥੇ ਹੀ ਹੁੰਦਾ ਵਾ, ਇੱਧਰ ਉੱਧਰ ਫਿਰ ਰਿਹਾ ਹੁੰਦਾ, ਮੈਂ ਸੁਣ ਰਿਹਾ ਹੁੰਦਾ ਨੀਚੇ ਬਹਿ ਕੇ। ਮੈਂ ਕਿ ਨਜ਼ਰ ਕੋ ਨਹੀਂ ਆਇਆ ਕਦੇ, ਅੱਜ ਬੜੇ ਦਿਨਾਂ शिकार ਬਾਅਦ ਤੁਹਾਡੀ ਬਰਾਤ। ਹਾਲੇ ਮੈਂ शिकार ਲੱਭ ਰਿਹਾ ਕੋਈ ਅੱਛਾ। ਮੈਂ शिकारी ਦੇ ਚੱਕਰਾਂ 'ਚ ਚੱਲ ਰਿਹਾ ਵਾਂ ਤੇ ਮੈਂ ਇਸ ਲਈ ਨਾ ਜ਼ਰਾ ਉੱਤੇ ਨਹੀਂ ਆ ਰਿਹਾ, ਮੈਂ ਕੋਈ शिकार ਦੇਖ ਰਿਹਾ। ਤੂੰ ਵੀ ਖਾਨਾ ਬਦੋਸ਼ ਬਣੀ ਹੈ। ਜੀ ਉਹ ਜੀ ਚਰਾਗਾਂ ਦੀ ਤਲਾਸ਼ ਵਿੱਚ, ਉਹ ਚਰਾਗਾਂ ਖਾਨਾ ਬਦੋਸ਼ ਹੁੰਦਾ, ਉਹ ਚਰਾਗਾਂ ਦੀ ਤਲਾਸ਼ ਵਿੱਚ ਫਿਰਦੇ ਰਹਿੰਦੇ ਨੇ। ਇੱਕ ਮਿੰਟ, ਸ਼ੁਰੂ ਹੋ ਗਈ ਰਿਕਾਰਡਿੰਗ, ਸ਼ੁਰੂ ਹੋ ਗਈ। ਮੈਂ ਸਿਰਫ ਇਹ ਕਹਿ ਸਕਦਾ ਜਿਸ ਤਰ੍ਹਾਂ ਕੁਰਾਨ ਕਰੀਮ 'ਚ ਵੀ ਅੱਲਾਹ ਤਾਲਾ ਨੇ ਜ਼ਿਕਰ ਕੀਤਾ ਨਾ ਕਿ ਜ਼ੁਲਮਾਤ 'ਚੋਂ ਨਿਕਲ ਕੇ ਤੇ ਨੂਰ ਵੱਲ ਦਾ ਮੇਰਾ ਇਹ ਸਫ਼ਰ ਸੀ, ਔਰ ਅਲਹਮਦੁਲਿਲਾ ਇਹਨੂੰ ਕਈ ਸਾਲ ਹੋ ਗਏ ਨੇ ਤੇ ਮੈਂ ਅਲਹਮਦੁਲਿਲਾ ਅੱਲਾਹ ਤਾਲਾ ਦਾ, ਜਿੱਥੇ ਮੈਂ ਤੇ ਕਮਜ਼ੋਰ ਗੁਨਾਹਗਾਰ ਇਨਸਾਨ ਆ, ਖੁਦਾ ਤਾਲਾ ਪਰਦਾ ਪੋਸ਼ੀ ਰੱਖੇ। ਮੈਂ ਸਿਰਫ ਇਹ ਕਹਿ ਰਿਹਾ ਕਿ ਇਹ ਜਿਹੜੀ ਇੱਕ ਬਹੁਤ ਵੱਡੀ ਨਿਅਮਤ ਆ ਜਿਹਦਾ ਮੈਂ ਸਭ ਤੋਂ ਜ਼ਿਆਦਾ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਉਹ ਇਹ ਹੈ ਕਿ ਖੁਦਾ ਤਾਲਾ ਨੇ ਮੈਨੂੰ ਇਮਾਮ ਵਕਤ ਨੂੰ ਕਬੂਲ ਕਰਨੇ ਦੀ ਤੌਫੀਕ ਦਿੱਤੀ ਔਰ ਉਹ ਹਨੇਰਿਆਂ ਚੋਂ ਕੱਢ ਕੇ ਰੋਸ਼ਨੀ ਵੱਲ ਲੈ ਆਂਦਾ। ਅੱਗੋਂ ਉਹਦੇ ਤੋਂ ਫਾਇਦਾ ਕਿੰਨਾ ਚੁੱਕਣਾ ਹੈ ਉਹ ਤੇ ਮੇਰੀ ਆਪਣੀ ਇੱਕ ਕਾਵਿਸ਼ ਔਰ ਇਸਤਤਾਰ, ਔਰ ਜਿੰਨਾ ਉਹਦੇ ਤੇ ਖੁਦਾ ਤਾਲਾ ਦਾ ਫਿਰ ਫਜ਼ਲ ਦੇ ਨਾਲ ਉਹ ਜਿਹੜੇ ਮਾਮਲਾਤ ਹੁੰਦੇ ਨੇ। ਤੇ ਇਬਤਦਾਈ ਰਾਜਾ ਸਾਹਿਬ ਮਤਲਬ ਕਿਸ ਚੀਜ਼ ਨੇ ਤੁਹਾਨੂੰ, ਮਤਲਬ ਬੜੀ ਅਹਿਮ ਸਵਾਲ ਹੈ। ਅੱਛਾ ਇਹ ਮੈਂ ਵੈਸੇ ਬਿਆਨ ਕੀਤਾ ਹੋਇਆ ਤੇ ਲੇਕਿਨ ਉਹਦੇ ਚ ਇੱਕ ਸੋਰਸ ਤੇ ਹੈ ਸੀ, ਯਾਨੀ ਇਹ ਚੁੱਕੇ ਤਾਂ ਕਿ ਇਹਦੇ ਚ ਇੱਕ ਉਹ ਨਾ ਹੋਏ ਕਿ ਮੇਰੀ ਵਾਲਦਾ ਬਾਰਲ ਅਹਿਮਦੀ ਸਨ, ਵਾਲਦ ਸਾਹਿਬ ਔਰ ਦਾਦਕੇ ਅਹਿਮਦੀ ਨਹੀਂ ਸੀ। ਨਾਨਕਿਆਂ ਵੱਲੋਂ ਮੇਰੇ ਜਿਹੜੇ ਪਰਨਾਨਾ ਨੇ ਉਹ ਚੌਧਰੀ ਅਮੀਰ ਮੁਹੰਮਦ ਸਾਹਿਬ ਰਜ਼ੀ ਅੱਲਾਹ ਤਾਲਾ ਨੂੰ ਸਾਹਬੀ ਨੇ ਹਜ਼ਰਤ ਨਸੀਮ ਅਲੈਹ ਇਸਲਾਮ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਮੈਂ ਸਭ ਉਹਨਾਂ ਨਾਲ ਕੁਛ ਰਵਾਇਤ ਵੀ ਨੇ, ਮੌਜੂਦਾ ਹਸਾਬ ਨੇ ਵੀ ਜਦੋਂ ਅਸਾਬੇ ਅਹਿਮਦ ਦਾ ਜ਼ਿਕਰ ਫਰਮਾ ਰਜ਼ੀ ਅੱਲਾਹ ਤਾਲਾ ਨੂੰ ਤੇ ਉਹਦੇ ਚ ਜ਼ਿਕਰ ਵੀ ਕੀਤਾ ਸੀ। ਤੇ ਲੇਕਿਨ ਵਾਲਿਦ ਸਾਹਿਬ ਔਰ ਮੇਰੀ ਜਿਹੜੀ ਪਰਵਰਿਸ਼ ਹੈ ਉਹ ਪੂਰੀ ਗੈਰ ਅਹਿਮਦੀ ਮੁਆਸ਼ਰੇ ਚ ਹੋਈ ਹੈ। ਯਾਨੀ ਸਾਡੇ ਇਲਾਕੇ ਦੇ ਵਿੱਚ ਬਰੇਲਵੀਅਤ ਅਕਸਰੀਅਤ ਚ ਔਰ ਮੇਰੇ ਦਾਦਕੇ ਵੀ ਔਰ ਸਾਰਾ ਪਿੰਡ ਬਰੇਲਵੀ, ਯਾਨੀ ਕੋਈ ਇੱਕ ਹੋਰ ਕਿਸੇ ਮਸਲਕ ਦਾ ਕੋਈ ਇੱਕ ਵੀ ਬੰਦਾ ਨਹੀਂ ਸੀ। ਤੇ ਮੈਂ ਜਿਸ ਤਰ੍ਹਾਂ ਕਿਹਾ ਕਿ ਡੋਮੀਨੈਂਟ ਹੈ ਉਹ ਗੁਜਰਾਤ ਦੇ ਵਿੱਚ ਸਾਡਾ ਇਲਾਕਾ ਜਿਹਦੇ ਨਾਲ ਮੇਰਾ ਤਾਲੁਕ ਹੈ ਉਹ ਬਰੇਲਵੀਅਤ ਦਾ ਹੈ। ਤੇ ਉਹ ਹੀ ਉਹਨਾਂ ਹੀ ਉਲਮਾ ਦੇ ਕੋਲੋਂ ਉਦੋਂ ਉਹਨਾਂ ਕੋਲ ਜਾਣਾ, ਉਹਨਾਂ ਦੇ ਨਾਲ ਹੀ ਉਹਨਾਂ ਹੀ ਮਸਜਿਦਾਂ ਦੇ ਵਿੱਚ ਉਹ ਸਾਰੇ ਉਪਰਾਸ। ਮੈਂ ਤੇ ਸ਼ੁਗਲ ਚ ਕਈ ਦਫਾ ਫਿਰ ਦੋਸਤਾਂ ਨਾਲ ਹਲੇ ਵੀ ਮੇਰੇ ਗੈਰ ਅਹਿਮਦੀ ਦੋਸਤ ਜਿਹੜੇ ਉਹਦੇ ਦੇ ਸਕੂਲ ਕਾਲਜ ਦੇ ਜ਼ਾਹਿਰ ਉਹ ਰਾਬਤਾ ਇੱਕ ਰਹਿੰਦਾ, ਅਸੀਂ ਉਸ ਵਕਤ ਨੂੰ ਯਾਦ ਕਰੀਦਾ। ਤੇ ਉਹ ਭੰਡਾਰੇ ਖਾਦੇ, ਉਸ ਖਾਦੇ, ਉਹ 11ਵੀਆਂ ਖਾਦੀਆਂ। 11ਵੀਂ ਤੇ ਇੰਨਾ ਫੋਕਸ ਹੈ ਕਿ ਨਮਾਜ਼ ਤੇ ਪੜ੍ਹਨ ਨਾ ਪੜ੍ਹਨ, 11ਵੀਂ ਦਾ ਬਹੁਤ ਧਿਆਨ ਰੱਖਣਾ। ਅਸੀਂ ਆਪਣੇ ਘਰਾਂ ਚ ਦੇਖਿਆ ਬਜ਼ੁਰਗਾਂ ਨੂੰ, ਖਵਾਤੀਨ ਔਰ ਦੂਸਰੇ ਬਜ਼ੁਰਗਾਂ ਨੂੰ ਵੀ ਕਿ 11ਵੀਂ ਤੋਂ ਨਹੀਂ ਸੀ ਕਤਰਾਉਂਦੇ ਕਿ ਉਹ ਵੀ 11ਵੀਂ ਹੈ ਤਾਂ ਖਤਮ ਨਹੀਂ ਮਿਸ ਕਰਨਾ, ਤੇ ਨਮਾਜ਼ ਵੱਲ ਭਾਵੇਂ ਤਵੱਜੋ ਹੋਏ ਜਾਂ ਨਾ ਹੋਏ। ਤੇ ਇਸੇ ਤਰ੍ਹਾਂ ਉਰਸ ਵਗੈਰਾ ਔਰ ਇਹ ਸਾਰੇ ਕੰਮ ਕੀਤੇ। ਔਰ ਜ਼ਾਹਿਰ ਹੈ ਉਹ ਫਿਰ ਇੱਕ ਪੂਰੀ ਸਕੂਲ ਕਾਲਜ ਯੂਨੀਵਰਸਿਟੀ ਦਾ ਜਿਹੜਾ ਸਾਰਾ ਦੌਰ ਸੀ ਉਹ ਉਸੇ ਇਨਫਲੂਐਂਸ ਚ ਉਹਦਾ ਪੂਰਾ ਇੱਕ ਨਹੀਂ ਐਕਟਿਵ ਹਿੱਸਾ ਰਹਿ ਕੇ, ਯਾਨੀ ਉਸ ਸਾਰੇ ਪ੍ਰੋਸੈਸ ਦਾ। ਬਲਕਿ ਮੈਨੂੰ ਯਾਦ ਹੈ ਕਿ ਮੈਂ ਜਦੋਂ ਉਹ ਸੀ ਤੇ ਇੱਕ ਸਾਡੀ ਪਿੰਡ ਦੇ ਵਿੱਚ ਇੱਕ ਤਨਜ਼ੀਮ ਸੀ ਤੇ ਉਹਦਾ ਮੈਂ ਚੀਫ ਆਰਗੇਨਾਈਜ਼ਰ ਸੀ। ਤੇ ਜਿਹੜੇ ਯੰਗ ਮੁੰਡੇ ਸੀ ਕਾਲਜ ਦੇ ਵੀ ਜਾਂਦੇ ਨਾਲ ਜਿਹੜੇ ਸੀ ਸਾਰੇ, ਤੇ ਉਹ ਫਿਰ ਇਹਨਾਂ ਨੇ ਜਦੋਂ ਸਾਡੇ ਸ਼ਾਹ ਸਾਹਿਬ ਸੀ ਉਹ ਭੇਰਾ ਸ਼ਰੀਫ ਦੇ ਪੜ੍ਹੇ ਸੀ, ਉਹ ਵੀ ਉਹਨੂੰ ਭੇਰਾ ਸ਼ਰੀਫ ਕਹਿੰਦੇ ਨੇ। ਇਹਨਾਂ ਦੀ ਜਿਹੜੀ ਇੱਕ ਜਾਮਿਆ ਹੈ ਬਰੇਲਵੀਆਂ ਦੀ, ਉਹਦੇ ਚ ਬੜਾ ਇੱਕ ਮਕਾਮ ਰੱਖਦੀ ਹੈ ਭੇਰੇ ਦੀ ਜਿਹੜੀ ਜਾਮਿਆ ਇਹਨਾਂ ਦੀ। ਤੇ ਉੱਥੇ ਦਾ ਜਿਹੜਾ ਡਿਗਰੀ ਯਾਫਤਾ ਹੁੰਦਾ ਉਹਨੂੰ ਫਾਜ਼ਲ ਕਹਿੰਦੇ ਨੇ, ਔਰ ਯਾਨੀ ਉਹ ਇੱਕ ਪ੍ਰੋਪਰ ਯਾਨੀ ਇੱਕ ਸਨਦ ਹੁੰਦੀ ਹੈ ਇੱਕ ਆਲਮੇ ਦੀਨ ਬਰੇਲਵੀ ਲਈ। ਤੇ ਉਹ ਫਿਰ ਮੁਖਤਲਿਫ ਜਗ੍ਹਾ ਤੇ ਉਹਨਾਂ ਨੂੰ, ਉਹ ਖੁਦ ਵੀ ਪੜ੍ਹੇ ਲਿਖੇ ਸੀ ਕਾਫੀ ਔਰ ਸਈਦ ਵੀ ਸੀ। ਅੱਛਾ ਉਹ ਜਾਲੀ ਸਈਦ ਨਹੀਂ ਸੀ ਵੈਸੇ, ਇਹ ਵੀ ਇੱਕ ਗੱਲ ਹੈ। ਤੇ ਫਜ਼ੀਲਤ ਰਾਜਾ ਨੂੰ ਕਹਿੰਦੇ ਹੁੰਦੇ ਸੀ ਸ਼ਾਇਦ ਉਹਨੂੰ, ਇਹ ਹਾਂਜੀ ਹੁਣ ਚੁੱਕੇ ਇਹ ਵੀ ਦੇਰ ਹੋਈ ਹੈ, ਫਾਜ਼ਲ ਦੀ ਡਿਗਰੀ ਉਹਨੂੰ ਕਹਿੰਦੇ ਨੇ ਗਾਲਬਨ। ਜੀ 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 ਬਿਲਕੁਲ ਫਾਜ਼ਲ।
ਤੇ ਉਹ ਉਹਨਾਂ ਕੋਲ ਸੀ ਔਰ ਉਹ ਫਿਰ ਉਹਨਾਂ ਨੇ ਮਤਲਬ ਮੇਰੇ ਨੂੰ ਪੈਗਾਮ ਭੇਜਣਾ ਕਿ ਇੱਥੇ ਜਾਣਾ ਫਲਾਣੀ ਜਗ੍ਹਾ ਤੇ ਆਪ ਹੀ ਆ ਜਾਓ ਜਾਂ ਇੰਨੇ ਮੁੰਡੇ ਚਾਹੀਦੇ ਨੇ। ਔਰ ਫਿਰ ਤਨਜ਼ੀਮ ਦਾ ਇਹ ਫਾਇਦਾ ਹੁੰਦਾ ਸੀ ਕਿ ਮੁੰਡਿਆਂ ਨੂੰ ਚਲੋ ਦਰਖਾਸਤ ਕਰਨੀ, ਉਹਨਾਂ ਨੇ ਤੁਰ ਜਾਣਾ। ਤੇ ਉਹ ਫਿਰ ਮੈਂ ਖੁਦ ਉਹਨਾਂ ਦੇ ਨਾਲ ਗਿਆ ਔਰ ਪੀਰ ਕਰਮ ਸ਼ਾਹ ਸਾਹਿਬ, ਤੁਹਾਨੂੰ ਪਤਾ ਕਿ ਉਹਨਾਂ ਦਾ ਵੀ ਕਾਫੀ ਨਾਂ ਹੈ ਤੇ ਉਹਨਾਂ ਦੀਆਂ ਮੈਂ ਤਕਰੀਰਾਂ ਵੀ ਜਾ ਕੇ ਯਾਨੀ ਸੁਣੀਆਂ ਨੇ। ਉਹ ਮਰੀਜ਼ ਸੀ ਇਹਨਾਂ ਦੇ ਪੀਰ ਕਰਮ ਸ਼ਾਹ ਸਾਹਿਬ ਦੇ। ਤੇ ਉਸ ਤੋਂ ਇਲਾਵਾ ਸ਼ਬੀਰ ਅਹਿਮਦ, ਇੱਕ ਅਲਾਮਾ ਸ਼ਬੀਰ ਅਹਿਮਦ ਅੱਗੇ ਵੀ ਉਹਨਾਂ ਦੇ ਕੋਈ ਨਾਲ, ਉਹ ਸ਼ੀਆ ਆਲਮ ਸੀ, ਬਹੁਤ ਮੁਕਰਰ, ਯਾਨੀ ਉਹਨਾਂ ਨੂੰ ਸਮਝਿਆ ਜਾਂਦਾ ਸੀ ਤੇ ਉਹ ਸ਼ੀਆ ਤੋਂ ਸੁਨੀਆਂ ਚ ਕਨਵਰਟ ਹੋਏ ਸੀ। ਤੇ ਉਹਨਾਂ ਦੀਆਂ ਤਕਰੀਰਾਂ ਤੇ ਕਹਿਣੇ ਦਾ ਮਕਸਦ ਇਹ ਹੈ ਕਿ ਉਹ ਉਸ ਮੁਆਸ਼ਰੇ ਚ ਬਾਰੇ ਲੈ ਸੀ ਸਿਲਸਿਲਾ। ਤੇ ਫਿਰ ਇੱਕ ਟਾਈਮ ਜਦੋਂ ਆਇਆ ਥੋੜਾ ਜਿਹਾ, ਜਦੋਂ ਵਾਲਦੈਨ ਚ ਬਾਅਦ ਦਫਾ ਹੁੰਦਾ ਨਾ ਕਿ ਔਲਾਦ ਜਵਾਨ ਹੁੰਦੀ ਹੈ ਤੇ ਫਿਰ ਥੋੜਾ ਜਿਹਾ ਹੁੰਦਾ ਹੈ ਕਿ ਉਹ ਆਪਸ ਦੇ ਵਿੱਚ ਵੀ ਥੋੜਾ ਇੱਕ ਹੁੰਦੀ ਹੈ ਤੇ ਉਹਦੇ ਤੋਂ ਇੱਕ ਤਵੱਜੋ ਫਿਰ ਪੈਦਾ ਹੋਈ ਐਂਡ ਦੈਨ ਉਹ ਇੱਕ ਪ੍ਰੋਸੈਸ ਹੈ। ਉਹਦਾ ਖੁਲਾਸਾ ਫਿਰ ਸਿਰਫ ਇਹ ਹੈ ਕਿ ਫਿਰ ਮੈਂ, ਹਾਲਾਂਕਿ ਮੇਰਾ ਇੱਕ ਵਾਲਦਾ ਨਾਲ ਤੇ ਇੱਕ ਤੁਹਾਨੂੰ ਵੈਸੇ ਬਹੁਤ ਪਿਆਰ ਤੇ ਹੁੰਦਾ ਹੀ ਹੈ, ਲੇਕਿਨ ਮੇਰਾ ਥੋੜਾ ਜਿਹਾ ਮਿਲਾਨ ਇੱਕ ਵਾਲਦ ਨਾਲ ਤਾਲੁਕ ਐਸਾ ਸੀ ਉਹਨਾਂ ਦੇ ਨਾਲ ਕਿ ਉਸ ਲਿਹਾਜ਼ ਨਾਲ ਅਗਰ ਮੈਂ ਦੇਖਦਾ ਤੇ ਮੈਂ ਸ਼ਾਇਦ ਉਹ ਹੀ ਰੱਖਦਾ ਮਸਲਕ ਆਪਣਾ। ਤੇ ਲੇਕਿਨ ਮੈਂ ਕਿਹਾ ਮੈਂ ਇੱਕ ਆਪਣੀ ਨਾ, ਮੈਂ ਆਪਣੇ ਵੱਲੋਂ ਚਲੋ ਮੈਂ ਇਹ ਵੀ ਦੱਸਦਾ ਕਿ ਮੈਂ ਆਪਣੇ ਵੱਲੋਂ ਇਹ ਸੋਚਿਆ ਕਿ ਮੈਂ ਇੱਕ ਹੁਜਤ ਪੂਰੀ ਕਰਨ ਲਈ ਨਾ ਜਾਇਜ਼ਾ ਲੈ ਲੈਣਾ ਤਾਂ ਕਿ ਮੇਰੀ ਤਸੱਲੀ ਰਹਿ ਜਾਏ ਕਿ ਮੈਂ ਕਿ ਕੋਸ਼ਿਸ਼ ਨਹੀਂ ਕੀਤੀ। ਤੇ ਮੈਨੂੰ ਹੈ ਇਹ ਹੀ ਸੀ ਕਿ ਐਟ ਦੀ ਐਂਡ ਆਫ ਦਾ ਡੇ ਇਹੀ ਨਤੀਜਾ ਨਿਕਲਣਾ ਕਿ ਕਿਉਂਕਿ ਨਾਨਕੇ ਜਾਂਦੇ ਸੀ ਪਤਾ ਨਹੀਂ ਸੀ ਹੁੰਦਾ, ਹਜ਼ਰਤ ਸਾਹਿਬ ਦੀ ਤਸਵੀਰਾਂ ਲੱਗੀਆਂ ਹੁੰਦੀਆਂ ਸੀ ਲੇਕਿਨ ਕੋਈ ਉਹ ਫਰਕ ਐਸਾ ਡਿਸਕਸ਼ਨ ਨਹੀਂ ਸੀ ਘਰ ਚ ਕਦੇ ਹੋਈ ਨਾ। ਤੇ ਉਹ ਫਿਰ ਜਦੋਂ ਮੈਂ ਪੜ੍ਹਨੀਆਂ ਸ਼ੁਰੂ ਕੀਤੀਆਂ ਕਿਤਾਬਾਂ ਔਰ ਹਜ਼ਰਤ ਮਸੀਹ ਇਸਲਾਮ ਦੀਆਂ ਤਹਿਰੀਰਾਤ ਪੜ੍ਹਨੀਆਂ ਸ਼ੁਰੂ ਕੀਤੀਆਂ ਔਰ ਅਲ-ਫਜ਼ਲ ਪੜ੍ਹਨਾ ਸ਼ੁਰੂ ਕੀਤਾ ਔਰ ਇੱਕ ਮੁਆਸ਼ਰੇ ਦਾ ਜਾਇਜ਼ਾ ਲਿਆ ਮਜਮੂਈ ਤੌਰ ਤੇ, ਤਕਾਬਲੀ ਰੱਬਾ ਦੇ ਦਾ, ਦੂਸਰੇ ਦਾ। ਔਰ ਫਿਰ ਜਿਹੜੀ ਮਿੱਥ ਸੁਣੀ ਹੁੰਦੀ ਸੀ ਕਿ ਉੱਥੇ ਕਬਰਸ, ਜੰਨਤ, ਹੂਰਾਂ ਸ਼ੂਰਾਂ, ਇਹ ਸਾਰੀਆਂ ਚੀਜ਼ਾਂ ਜ਼ਾਹਿਰ ਉਦੋਂ ਦੇਨ ਇੰਨਾ ਪੁਖਤਾ ਨਹੀਂ ਸੀ, 20-21 ਸਾਲ ਮੇਰੀ ਉਮਰ ਹੋਣੀ। ਤੇ ਉਹ ਫਿਰ ਜਾ ਕੇ ਉੱਥੇ ਉਹ ਦੇਖਿਆ ਔਰ ਉਹ ਜਦੋਂ ਦੇਖਿਆ ਤੇ ਉਹ ਬੜਾ ਇੱਕ ਉੱਥੇ ਮਤਲਬ ਪਹਿਲਾਂ ਵੀ ਚਾਹੀਦਾ ਸੀ ਲੇਕਿਨ ਉਸ ਐਂਗਲ ਤੋਂ ਕਿ ਉਹ ਜਾ ਕੇ ਤੁਸੀਂ ਤੁਹਾਨੂੰ ਤੇ ਸਾਰੇ ਰਹਿਮਦੀਆਂ ਨੂੰ ਤਾਂ ਪਤਾ ਹੀ ਹੈ ਕਿ ਮਾਸ਼ਾਅੱਲਾ ਆਪਣੇ ਜਿਹੜੇ ਪਿੰਡਾਂ ਦੇ ਕਬਰਸਤਾਨਾਂ ਜਾਓ ਤਾਂ ਉੱਥੇ ਦਿਹਾੜੀਦਾਰ ਲੱਗਦਾ ਹੁੰਦਾ ਸੀ। ਤੇ ਉਹ ਜਿਹੜੀ ਇੰਨੀ ਜਿਹੜੀ ਨਫਾਸਤ ਹੈ ਔਰ ਤਰਤੀਬ ਹੈ ਔਰ ਮਤਲਬ ਜਿਹੜਾ ਬਿਸ਼ਤੀ ਮਕਬਰਾ ਹੈ ਜਾਂ ਦੂਸਰਾ ਕਬਰਸਤਾਨ ਹੈ ਸਾਰਾ ਖੈਰ, ਤੇ ਓਵਰਆਲ ਹੀ ਜਦੋਂ ਤੁਸੀਂ ਦੇਖਦੇ ਹੋ ਹਰ ਚੀਜ਼ ਦਾ ਉਹਨੂੰ ਜਾਇਜ਼ਾ ਲੈਂਦੇ। ਉਦੋਂ ਫਿਰ ਇਹ ਖਲੀਫਾਤੁਲ ਮਸੀਹ ਰਾਬਿਆ ਰਹਿਮ ਅੱਲਾਹ ਤਾਲਾ ਦੀਆਂ ਮੈਂ ਬਹੁਤ ਤਕਰੀਰਾਂ ਸੁਣੀਆਂ ਨੇ, ਅਗਲੀਆਂ ਪਿਛਲੀਆਂ। ਔਰ ਫਿਰ ਮੈਂ ਜ਼ਾਹਿਰ ਹੈ ਉਹਦੇ ਚ ਮੈਂ ਇੱਕ ਨਤੀਜੇ ਤੇ ਪਹੁੰਚਿਆ ਕਿ ਅੱਲਾਹ ਤਾਲਾ ਦੀ ਹਸਤੀ ਦੀ ਜਿਹੜੀ ਪਹਿਚਾਨ ਸੀ ਨਾ, ਯਾਨੀ ਤੁਸੀਂ ਆਪਣੇ ਆਪ ਨੂੰ ਸਮਝ ਰਹੇ ਹੁੰਦੇ। ਜ਼ਾਹਿਰ ਹੈ ਇੱਕ ਇੱਧਰ ਵੀ ਵਾਲਿਦ ਸਾਹਿਬ ਇਹ ਵੀ ਘਰਾਣਾ ਮਜ਼ਹਬੀ ਇੱਕ ਘਰਾਣਾ ਸੀ ਤੇ ਉਹਨਾਂ ਦਾ ਵੀ ਯਾਨੀ ਇੱਕ ਰੁਝਾਨ ਮਜ਼ਹਬੀ ਸੀ ਔਰ ਸ਼ੁਰੂ ਤੋਂ ਉਹਨਾਂ ਨੂੰ ਵੀ ਨਮਾਜ਼ ਦਾ ਪਾਬੰਦ ਦੇਖਿਆ, ਦਰੂਦ ਸਲਾਮ ਪੜ੍ਹਦਿਆਂ ਦੇਖਿਆ ਆਪਣੇ ਵਾਲਿਦ ਸਾਹਿਬ ਨੂੰ। ਔਰ ਚੂੰਕਿ ਇੱਕ ਸਿਆਸੀ ਸ਼ਖਸੀਅਤ ਵੀ ਸੀ, ਮਤਲਬ ਉਹਨਾਂ ਦੀ ਫਿਰ ਇਮਾਨਦਾਰੀ ਵੀ, ਇਹ ਵੀ ਜਿਹੜੀ ਗੱਲ ਕਰਨੀ ਚਾਹੀਦੀ ਉਹ ਵੀ ਕਿ ਖਿਦਮਤ ਜਿਹੜੀ ਆਪਣੇ ਲੋਕਾਂ ਦੀ, ਉਹ ਆਪਣੀ ਜਗ੍ਹਾ ਤੇ ਸੀ ਸਾਰੀਆਂ ਗੱਲਾਂ। ਤੇ ਉਹ ਫਿਰ ਜਦੋਂ ਮੁਸ਼ਕਿਲ ਸੀ ਬਹੁਤ ਛੱਡਣਾ ਤੇ ਲੇਕਿਨ ਫਿਰ ਉਹ ਮੈਂ ਜਦੋਂ ਇਹ ਚੀਜ਼ ਦੇਖੀ ਨਾ ਕਿ ਉਹ ਜਦੋਂ ਹਜ਼ਰਤ ਮਸੀਹ ਮੌਊਦ अलैहिस्सलाम ਦੀਆਂ ਤਹਿਰੀਰਾਤ ਦੇ ਨਤੀਜੇ ਚ ਜਿਹੜੀ ਖੁਦਾ ਤਾਲਾ ਦੀ ਹਸਤੀ ਦੀ ਪਹਿਚਾਨ ਔਰ ਹਜ਼ਰਤ ਮੁਹੰਮਦ ਰਸੂਲੁल्लाह सल्लल्लाहु अलैहि वसल्लम ਦੀ ਸ਼ਖਸੀਅਤ ਔਰ ਉਹਨਾਂ ਦੀ ਅਜ਼ਮਤ ਔਰ ਉਹਨਾਂ ਦਾ ਜਿਹੜਾ ਮੁਕਾਮ ਔਰ ਮਰਤਬਾ ਸੀ, ਜਿਹੜਾ ਹਜ਼ਰਤ ਮਸੀਹ ਮੌਊਦ अलैहिस्सलाम ਦੀ ਤਾਹਿਰ ਖਾਨ ਸਾਹਿਬ ਮਾਈਕ ਬੰਦ ਕਰਿਓ ਇੱਕ ਮਿੰਟ। ਅੱਛਾ, ਉਹ ਜਿਹੜਾ ਮੁਕਾਮ ਉਹ ਮਰਤਬਾ ਹਜ਼ਰਤ ਸੱਲੱਲਾਹੁ अलैहि वसल्लम ਦਾ ਕਿ ਇੱਕ ਜਾਨਣਾ ਜਿਸ ਤਰ੍ਹਾਂ ਹਜ਼ਰਤ ਮਸੀਹ ਮੌਊਦ अलैहिस्सलाम ਦੀ ਤਹਿਰੀਰਾਤ ਦੇ ਜ਼ਰੀਏ ਉਹਨਾਂ ਨੂੰ ਸ਼ੁਰੂ ਕੀਤਾ, ਉਹ ਮੇਰੇ ਲਈ ਇੱਕ ਬੜੀ ਯਾਨੀ ਇਹ ਦੋ ਨੁਕਾਤ ਦੀ ਬਹੁਤ ਜ਼ਿਆਦਾ ਅਹਿਮੀਅਤ ਸੀ ਕਿ ਹਾਲਾਂਕਿ ਖੁਦਾ ਤੇ ਈਮਾਨ ਪਹਿਲਾਂ ਵੀ ਸੀ, ਰਸੂਲੁल्लाह सल्लल्लाहु अलैहि वसल्लम ਤੇ ਈਮਾਨ ਪਹਿਲਾਂ ਵੀ ਸੀ, ਲੇਕਿਨ ਇਹਨਾਂ ਅੱਲਾਹ ਤਾਲਾ ਦੀ ਹਸਤੀ ਔਰ ਰਸੂਲ ਪਾਕ ਸੱਲੱਲਾਹੁ अलैहि वसल्लम ਦੀ ਜਿਹੜੀ ਸ਼ਖਸੀਅਤ ਹੈ ਉਹਨੂੰ ਜਿਸ ਰੰਗ ਚ ਜਿਸ ਮਰਤਬੇ ਚ ਹਜ਼ਰਤ ਮਸੀਹ ਮੌਊਦ अलैहिस्सलाम ਔਰ ਖੁਲਾਫਾਏ ਮਸੀਹ ਮੌਊਦ ਖਾਸ ਤੌਰ ਤੇ ਖਲੀਫਤੁਲ ਮਸੀਹ ਰਾਬਿਆ ਰਹਿਮ ਅੱਲਾਹ ਤਾਲਾ, ਉਹ ਜਿਹੜਾ ਚੀਜ਼ ਸੀ ਉਹਨੇ ਮੇਰਾ ਦਿਲ ਬਦਲ ਦਿੱਤਾ। ਬਾਕੀ ਜ਼ਾਹਿਰ ਉਹਦੇ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਔਰ ਫਿਰ ਇੱਕ ਖਾਬ ਵੀ ਸੀ, ਉਹਦਾ ਮੈਂ ਇੱਕ ਦੋ ਦਫਾ ਪਹਿਲਾਂ ਜ਼ਿਕਰ ਕਰ ਬੈਠਾ। ਤੇ ਫਿਰ ਮੈਂ ਜਦੋਂ ਉਹ ਦਿਲ ਬਿਲਕੁਲ ਸਾਫ਼ ਹੋ ਗਿਆ ਤੇ ਅਲਹਮਦੁਲਿਲਾ ਕਬੂਲ ਕਰ ਲਿਆ। ਫਿਰ ਮੈਂ ਪੁੱਛ ਮੁੜ ਕੇ ਨਹੀਂ ਦੇਖਿਆ, ਬਲਕਿ ਫਿਰ ਮੈਂ ਜਿੱਥੇ ਜੌਬ ਕਰਦਾ ਸੀ ਉਹਨਾਂ ਦਿਨਾਂ 'ਚ
ਫਿਰ ਮੇਰੇ ਪਾਗਲਪਨ ਨਹੀਂ ਹੈ ਕਿ ਮੈਨੂੰ, ਕਿਉਂਕਿ ਉਹ ਤੁਹਾਡੇ ਦੇਹਨ 'ਚ ਨਹੀਂ ਨਾ ਹੁੰਦਾ ਕਿ ਇਸ ਕਦਰ ਨਫ਼ਰਤ ਔਰ ਮੁਖਾਲਫਤ ਕਿਉਂ ਹੋਣੀ ਹੈ। ਲੇਕਿਨ ਇੱਕ ਦੋ ਜਗ੍ਹਾ ਤੋਂ ਤੇ ਮੈਨੂੰ ਫਿਰ ਮੈਨੂੰ ਲੋਕਾਂ ਨੇ ਮਨਾ ਵੀ ਕੀਤਾ ਕਿ ਇੰਨਾ ਨਾ ਤੂੰ ਆਪਣਾ ਖੁੱਲ ਕੇ ਤਬਲੀਗ, ਮਤਲਬ ਨਾ ਸਿਰਫ ਇੱਕ ਦੱਸਿਆ ਨਾ ਕਰ, ਬਲਕਿ ਮੈਂ ਤੇ ਤਬਲੀਗ ਹੀ ਸ਼ੁਰੂ ਕਰ ਲਈ ਉਸ ਤੋਂ। ਤੇ ਉਹ ਹੁਣ ਮੈਂ ਕਿਸੇ ਵੇਲੇ ਸੋਚਣਾ ਕਿ ਉਹ ਜ਼ਿੰਦਗੀ ਚੁੱਕੇ ਆਇਆ ਸੀ ਤੇ ਖੁਦਾ ਤਾਲਾ ਨੇ ਇੱਕ ਦੋ ਮੌਕਿਆਂ ਤੋਂ ਬਚਾ ਲਿਆ ਹੈ। ਵਰਨਾ ਉਹਨਾਂ ਨੇ ਸਿੱਧੇ ਸਿੱਧੇ ਅਲਫਾਜ਼ ਕਹਿਣਾ ਇੰਨੀ ਨਾ ਹੱਥ ਚੁੱਕੋ ਹੁਣ। ਹਾਂ ਇੰਨੀ ਨਾ ਕਹੇ ਮਿਟ ਕੇ ਰਹੋ, ਇਹ ਪਾਕਿਸਤਾਨ ਹੈ। ਤੁਸੀਂ ਉਹ ਜਿਹੜਾ ਰਾਏ ਸਾਹਿਬ ਤੇ ਵਾਲਦ ਸਾਹਿਬ ਦਾ ਰਵੱਈਆ ਇਹ ਹੈ ਕਿ ਮੈਂ ਉਹਨਾਂ ਨੇ ਆਮ ਤੌਰ पे ਮੁਖਾਲਫਤ ਉਸ ਤਰ੍ਹਾਂ ਤੇ ਨਹੀਂ ਕੀਤੀ, ਲੇਕਿਨ ਉਹਨਾਂ ਨੇ ਮੈਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਕੁਝ ਦਿਨ ਪਹਿਲਾਂ ਇੱਕ ਬਹੁਤ ਘੱਟ ਮੈਂ ਕਦੇ ਸ਼ੇਅਰ ਕੀਤੀ। भैया आवाज चली गई है। ਇਹ ਰੋਣ ਵਾਲਾ ਮੰਜ਼ਰ ਇਸ ਤੋਂ ਅੱਗੇ ਵੀ ਇਹ ਤੇ ਸਾਰਾ ਅੱਜ ਮੈਂ ਪਹਿਲੀ ਦਫਾ ਹੁਣ ਤੁਸੀਂ ਜੋ ਪੁੱਛਿਆ ਤੇ ਮੈਂ ਕਰਨ ਲੱਗਾ। ਮੈਂ ਤਾਹਿਰ ਨਾਲ ਅਗਲੇ ਦਿਨ ਕੀਤੀ ਸੀ, ਕੋਈ ਗੱਲ ਹੋ ਰਹੀ ਸੀ ਉਹਦੀ ਵਜ੍ਹਾ ਤੋਂ ਕਿ ਮੇਰੀ ਸ਼ਾਦੀ ਹੋ ਗਈ, ਮੈਂ ਇੱਥੇ ਆ ਗਿਆ ਤੇ ਮੈਂ ਜਦੋਂ ਵਾਪਸ ਗਿਆ ਤੇ ਬੇਟਾ ਸੀ 2 ਸਾਲ ਦਾ ਉਦੋਂ, ਛੋਟੇ ਪਹਿਲੀ ਦਫਾ ਹੀ, ਯਾਨੀ ਮੈਂ ਇੱਥੋਂ ਆ ਕੇ ਜਦੋਂ ਵਾਪਸ ਗਿਆ ਤੇ ਵਾਲਿਦ ਸਾਹਿਬ ਨਾਰਾਜ਼ ਸੀ। ਉਹ ਸ਼ਾਦੀ ਵੀ ਚੁੱਕ ਮੇਰੀ ਤਾਇਆ ਜੀ ਦੇ ਘਰ ਹੋਈ ਸੀ ਔਰ ਉਹ ਵੀ ਐਮਡੀ ਨਹੀਂ ਸੀ ਤੇ ਉਹ ਜਦੋਂ ਮੈਂ ਵਾਪਸ ਗਿਆ ਤੇ ਉਹਨਾਂ ਨੂੰ ਵਾਲਿਦ ਸਾਹਿਬ ਨੇ ਨਾ ਪਹਿਲਾਂ ਤਾਂ ਪਿਆਰ ਪਿਉਰ ਨਾਲ ਸਮਝਾਇਆ ਤੇ ਫਿਰ ਮੈਂ ਯਾਨੀ ਬਹੁਤ ਪਿਆਰ ਸੀ ਵਾਲਿਦ ਸਾਹਿਬ ਦੇ ਨਾਲ, ਬਹੁਤ ਪਿਆਰ ਵੀ ਕਰਦੇ ਸੀ, ਲੇਕਿਨ ਇਸ ਮਾਮਲੇ 'ਚ ਇਹ ਸੀ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਮੈਂ ਬਹੁਤ ਕੋਈ ਗਲਤ ਇੱਕ ਰਸਤਾ ਇਖਤਿਆਰ ਕਰ ਲਿਆ, ਉਹ ਤਵੱਕੋ ਨਹੀਂ ਮੇਰੇ ਤੋਂ ਕਰਦੇ। ਤੇ ਉਹਨਾਂ ਨੇ ਕਿਹਾ ਕਿ ਤੂੰ ਹੁਣ ਮੇਰੇ ਦੂਜੇ ਬੱਚਿਆਂ ਤੇ ਵੀ ਅਸਰ ਪਾਏਗਾ ਔਰ ਪਾ ਰਹੇ ਹੈ ਤੇ ਇਹ ਤੂੰ ਇਹ ਛੱਡ ਦੇ, ਗੁਮਰਾਹੀ ਹੈ, ਇਹ ਹੈ ਉਹ ਹੈ। ਤੇ ਅੱਛਾ ਚਲੋ ਵਾਲਿਦ ਸਾਹਿਬ ਨੇ, ਔਰ ਮੈਂ ਜਵਾਨ ਸ਼ਾਦੀशुदा ਨਾਲ ਬੀਵੀ ਬੱਚਾ ਤੇ ਜ਼ਾਹਿਰ ਫੈਮਿਲੀ ਦੂਸਰੀ ਵੀ ਹੁੰਦੀ ਹੈ ਤੇ ਵਾਲਿਦ ਸਾਹਿਬ ਨੇ ਕੁਹਾੜੀ ਦੇ ਦਸਤੇ ਨਾਲ ਮੈਨੂੰ ਪੈਂਟੀ ਲਾਈ। ਅੱਲਾਹ ਤਾਲਾ ਉਹਨਾਂ ਦੀ ਮਗਫਿਰਤ ਫਰਮਾਏ, ਬਹੁਤ ਪਿਆਰੇ ਸੀ ਮੇਰੇ ਵਾਲਿਦ ਸਾਹਿਬ ਤੇ ਉਹਨਾਂ ਨੇ ਉਹਦੇ ਨਾਲ ਨਾ ਮੈਨੂੰ ਮਤਲਬ ਇੱਕ ਜਜ਼ਬਾਤ 'ਚ ਆ ਗਏ ਨਾ ਥੋੜਾ, ਚੁੱਕ ਮੈਂ ਉਹਨਾਂ ਨੇ ਕੁਝ ਸਖਤ ਅਲਫਾਜ਼ ਕੀਤੇ ਨਾ, ਉਦੋਂ ਆਮ ਤੌਰ ਤੇ ਨਹੀਂ ਕਰਦੇ ਹੁੰਦੇ ਸੀ, ਲੇਕਿਨ ਹਜ਼ਰਤ ਮਸੀਹ ਮੌਲਾ ਇਸਲਾਮ ਦੇ ਵਾਲੇ ਨਾਲ ਉੱਥੇ ਫਿਰ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਇਆ ਤੇ ਮੈਂ ਆਪਣੇ ਵਾਲਿਦ ਸਾਹਿਬ ਨੂੰ ਇਹ ਕਿਹਾ ਕਿ ਮੈਨੂੰ ਭਾਵੇਂ ਤੁਸੀਂ ਵੱਢ ਦਿਓ, ਲੇਕਿਨ ਹਜ਼ਰਤ ਮਸੀਹ ਮੌਲਾ ਇਸਲਾਮ ਦੇ ਬਾਰੇ 'ਚ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ। ਕਮਾਲ। ਤੇ ਬਹਰਹਾਲ ਉਹਨਾਂ ਨੇ ਦੇਖਿਆ ਮੈਂ ਇੱਕ ਵਾਲਿਦ ਦੇ ਤੌਰ ਤੇ ਉਹਨਾਂ ਦੀ ਹਮੇਸ਼ਾ ਕੀਤੀ, ਲੇਕਿਨ ਇਸ ਗੱਲ ਤੇ ਆ ਕੇ ਪਹਿਲੀ ਦਫਾ ਸੀ ਕਿ ਸ਼ਾਇਦ ਇੱਕ ਵਾਰੀ ਦੁਬਾਰਾ ਸੁਣਾਓ, ਇੱਕ ਵਾਰੀ ਦੁਬਾਰਾ ਯਾਰ, ਇੱਕ ਵਾਰੀ ਦੁਬਾਰਾ ਸੁਣਾ ਦਿਓ ਯਾਰ। ਓਏ ਮੈਂ ਸੁਣਾਇਓ ਜਿਹੜੇ ਨੇ ਮੁਰਤਦ ਹੋ ਗਏ ਫੇਰ ਇੱਕ ਵਾਰੀ ਦੁਬਾਰਾ ਨਹੀਂ ਅਮਰ ਭਾਈ ਨੂੰ ਦੱਸਣਾਗੇ, ਅਮਰ ਭਾਈ ਨੂੰ ਦੱਸਣਾ ਜੇ ਫਿਰ ਜਦੋਂ ਮੁਸ਼ਕਿਲ ਸੀ ਫਿਰ ਮਦਦ ਕੀ ਹੋ ਗਈ। ਲੇਕਿਨ ਫਿਰ ਮੈਂ ਜਦੋਂ ਇਹ ਚੀਜ਼ ਦੇਖੀ ਨਾ ਕਿ ਉਹ ਜਦੋਂ ਤਰ੍ਹਾਂ ਤੇ ਨਹੀਂ ਕੀਤੀ, ਲੇਕਿਨ ਉਹਨਾਂ ਨੇ ਮੈਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਕੁਝ ਦਿਨ ਪਹਿਲਾਂ ਇੱਕ ਬਹੁਤ ਘੱਟ ਮੈਂ ਕਦੇ ਸ਼ੇਅਰ ਕੀਤੀ ਹੈ ਪਬਲਿਕਲੀ। ਅੱਜ ਮੈਂ ਪਹਿਲੀ ਦਫਾ ਹੁਣ ਤੁਸੀਂ ਜੋ ਪੁੱਛਿਆ ਤੇ ਮੈਂ ਕਰਨ ਲੱਗਾ। ਮੈਂ ਤਾਹਿਰ ਨਾਲ ਅਗਲੇ ਦਿਨ ਕੀਤੀ ਸੀ, ਕੋਈ ਗੱਲ ਹੋ ਰਹੀ ਸੀ ਉਹਦੀ ਵਜ੍ਹਾ ਤੋਂ ਕਿ ਮੇਰੀ ਸ਼ਾਦੀ ਹੋ ਗਈ, ਮੈਂ ਇੱਥੇ ਆ ਗਿਆ ਤੇ ਮੈਂ ਜਦੋਂ ਵਾਪਸ ਗਿਆ ਤੇ ਬੇਟਾ ਸੀ 2 ਸਾਲ ਦਾ ਉਦੋਂ, ਛੋਟੇ ਪਹਿਲੀ ਦਫਾ ਹੀ, ਯਾਨੀ ਮੈਂ ਇੱਥੋਂ ਆ ਕੇ ਜਦੋਂ ਵਾਪਸ ਗਿਆ ਤੇ ਵਾਲਿਦ ਸਾਹਿਬ ਨਾਰਾਜ਼ ਸੀ। ਉਹ ਸ਼ਾਦੀ ਵੀ ਚੁੱਕ ਮੇਰੀ ਤਾਇਆ ਜੀ ਦੇ ਘਰ ਹੋਈ ਸੀ ਔਰ ਉਹ ਵੀ ਐਮਡੀ ਨਹੀਂ ਸੀ ਤੇ
ਉਹ ਜਦੋਂ ਮੈਂ ਵਾਪਸ ਗਿਆ ਤੇ ਉਹਨਾਂ ਨੂੰ ਵਾਲਿਦ ਸਾਹਿਬ ਨੇ ਨਾ ਪਹਿਲਾਂ ਤਾਂ ਪਿਆਰ ਪਿਉਰ ਨਾਲ ਸਮਝਾਇਆ ਤੇ ਫਿਰ ਮੈਂ ਯਾਨੀ ਬਹੁਤ ਪਿਆਰ ਸੀ ਵਾਲਿਦ ਸਾਹਿਬ ਦੇ ਨਾਲ, ਬਹੁਤ ਪਿਆਰ ਵੀ ਕਰਦੇ ਸੀ, ਲੇਕਿਨ ਇਸ ਮਾਮਲੇ 'ਚ ਇਹ ਸੀ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਮੈਂ ਬਹੁਤ ਕੋਈ ਗਲਤ ਇੱਕ ਰਸਤਾ ਇਖਤਿਆਰ ਕਰ ਲਿਆ, ਉਹ ਤਵੱਕੋ ਨਹੀਂ ਮੇਰੇ ਤੋਂ ਕਰਦੇ ਤੇ ਉਹਨਾਂ ਨੇ ਕਿਹਾ ਕਿ ਤੂੰ